ਸਤਨਾਮ ਵਾਹਿਗੁਰੂ ਸਾਹਿਬ ਜੀਓ। ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੇ। ਸੇਵਾ ਕਛੂ ਨਾ ਜਾਨੋ, ਨੀਚ ਮੂਰਖਾਰੇ। ਮਾਨ ਕਰੋ ਤੁਧ ਉਪਰੇ, मेरे प्रीतम प्यारे। हम अपराधी सद भूलते, तुम बख्शन हारे। हम अपराधी सद भूलते, तुम बख्शन हारे। सतनाम वाहिगुरु साहिब जीओ। सोरठ महला पंजवा। दो तुके जो लो भाओ अभाओ इह मन, तौलो मिलन दुराई। आन अपना करत विचारा, तौलो बीच बिखाई। माधवे ऐसी डिग बुझाई, सेवों साध गहों ऊट चरना। ਜਦੋਂ मैं गुरु जी ਦੀ ਸ਼ਰਨ ਵਿੱਚ ਆਈ, ਮੇਰੇ ਤੇ ਕਿਰਪਾ मोहत चसाई रहाओ। हरि मन मुग्ध अचेत चंचल चित, तुम ऐसी हृदय न आई। प्राणपत त्याग आन तू रचया, उर्ज्यो संग बैराई। शोक ना व्यापै आप ना थापै, साध संगत बुध पाई। साकत का बकना यूं जानो, जैसे पवन चुलाई। कोट पराध असाध्यो ए मन, कहना कछु न जाई। जन नानक दीन शरण आयो प्रभ, सब लेखा रखो उठाई। कोट पराध असाध्यो ए मन, कहना कछु न जाई। पूजा कीचै नाम जन नानक बिन नावै, शरण पूज ना आयो होई। प्रभ, ते जेड़े हजूर सब साहिब लेखा पटना रखो साहिब के लोग काबज होए उठाई। निगाह मार के वेखो इन्हां ने गुरु दी मत वाहिगुरु जी लागू का कीती। खालसा, कहंदे ना बाबा वाहिगुरु जी, जी की ਅਸੀਂ फतेह। ਤਾਂ ਥਾਲੀ 'ਚ ਸੁਭਾਗਿਓ ਬਹੁਤ ਲੰਮੇ ਸਮੇਂ ਤੋਂ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਪ੍ਰੀਤਮ ਪਿਆਰੇ ਨਾਲ ਲਾਡ ਲਡਾ ਰਹੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਤੁਹਾਡਾ ਗਾਵਿਆ ਸੁਣਿਆ ਸਭਨਾਂ ਦੇ ਹਿਰਦਿਆਂ ਵਿੱਚ ਸਾਡੇ ਵਸ ਜਾਏ। ਅਸੀਂ ਆਪਣੇ ਜੀਵਨ ਪੰਧ ਨੂੰ ਸੁਹੇਲਾ ਕਰ ਸਕੀਏ, ਮਾਲਕ ਦੇ ਘਰ ਪਹੁੰਚਣਾ ਸੌਖਾ ਹੋ ਜਾਏ। ਮੈਂ ਬੜਾ ਮਾਣ ਮਹਿਸੂਸ ਕਰਨਾ ਜਦੋਂ ਬੱਚੀ ਗਗਨਦੀਪ ਕੌਰ ਜੀ ਨੂੰ ਇਸ ਤਰ੍ਹਾਂ ਦੀ ਵਿਚਾਰ ਕਰਦਿਆਂ ਵੇਖਣਾ, ਬੜੀ ਖੁਸ਼ੀ ਹੁੰਦੀ ਹੈ। ਕਿਉਂਕਿ ਸਾਡੇ ਲਈ ਇੱਕ ਬੜੀ ਵੱਡੀ ਮਜਬੂਰੀ ਹੈ। ਕੋਈ ਵੀ ਜਿਹੜੀ ਆ ਉਮਰ ਹੈ ਨਾ, ਇਹਦੇ 'ਚ ਹਰੇਕ ਬੰਦਾ ਕਹਿਣ ਲੱਗ ਪੈਂਦਾ ਬਈ ਜਦੋਂ ਅਸੀਂ ਇਵੇਂ ਦੇ ਬਣਾਂਗੇ ਅਸੀਂ ਵੀ ਇਵੇਂ ਤੁਰ ਪਾਂਗੇ। ਤੇ ਹਾਲੇ ਤਾਂ ਖਾਣ ਪੀਣ ਦੀ ਉਮਰ ਹੈ ਨਾ। ਜਦੋਂ ਇਹ ਬੱਚੇ ਛੋਟੀ ਉਮਰ ਦੇ ਤੁਹਾਡੇ ਰੂਬਰੂ ਹੁੰਦੇ ਨੇ, ਉਦੋਂ ਫਿਰ ਪਤਾ ਲੱਗਦਾ ਵੀ ਨਹੀਂ ਮਨਾ, ਜ਼ਿੰਦਗੀ ਇਹਦੇ ਵਾਸਤੇ ਨਹੀਂ ਹੈ, ਜ਼ਿੰਦਗੀ ਇਹੋ ਜਿਹੇ ਜੀਵਨ ਵਾਸਤੇ ਹੈ। ਮੇਰੀ ਅਰਦਾਸ ਹੈ ਮਾਲਕ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ, ਆਪਣੀ ਗੋਦ ਦਾ ਆਨੰਦ ਬਖਸ਼ੇ, ਗੁਰਬਾਣੀ ਦਾ ਰਸ ਬਖਸ਼ੇ,
ਤੇ ਜੀਵਨ ਵਿੱਚ ਤਰੱਕੀਆਂ ਕਰੇ। ਹੁਣ ਆਪਾਂ ਵਿਚਾਰ ਦੀ ਸਾਂਝ ਕਰਨੀ ਹੈ। ਉਹਨਾਂ ਨੇ ਬਹੁਤ ਵਧੀਆ ਸਾਡੇ ਜੀਵਨ ਦੀ ਅਗਿਆਨਤਾ ਨੂੰ, ਜਿਹੜੇ ਭਰਮ ਨੂੰ ਅਸੀਂ ਧਰਮ ਸਮਝੀ ਬੈਠੇ ਹਾਂ, ਉਹਨਾਂ ਨੇ ਇੱਕ ਇੱਕ ਗੱਲ ਦਾ ਜ਼ਿਕਰ ਕੀਤਾ ਹੈ। ਮਾਲਕ ਕਿਰਪਾ ਕਰੇ ਅਸੀਂ ਇਸ ਅਗਿਆਨਤਾ ਵਿੱਚੋਂ ਵੀ ਨਿਕਲ ਜਾਈਏ। ਜਿਹੜਾ ਸ਼ਬਦ ਅੱਜ ਦਾਸ ਨੇ ਤੁਹਾਡੇ ਨਾਲ ਸਾਂਝਾ ਕਰਨਾ ਹੈ, ਉਹ ਇਹ ਹੈ ਵੀ ਮੈਂ ਸਤਿਗੁਰ ਜੀ ਦੇ ਘਰ ਤੋਂ ਕੁਛ ਲੈਣ ਆਉਂਦਾ। ਸਾਡੇ ਮਨਾਂ 'ਚ ਇੱਕ ਬੜਾ ਵੱਡਾ ਭਰਮ ਹੈ, ਜਦੋਂ ਅਸੀਂ ਪਹਿਲਾ ਕਦਮ ਪੁੱਟਦੇ ਹਾਂ ਗੁਰੂ ਘਰ ਵੱਲ ਨੂੰ, ਤਾਂ ਉਦੋਂ ਹੀ ਦੇਖਦੇ ਹਾਂ ਆਪਣੇ ਬੋਝੇ ਵਿੱਚ ਮੈਂ ਮੱਥਾ ਟੇਕਣ ਜੋਗੇ ਪੈਸੇ ਲੈ ਕੇ ਚੱਲੇ। ਇਹਦਾ ਮਤਲਬ ਹੈ ਵੀ ਮੈਂ ਪਹਿਲਾਂ ਹੀ ਭਾਵਨਾ ਬਣਾ ਕੇ ਚੱਲਿਆ ਵੀ ਮੈਂ ਕੁਛ ਦੇਣ ਚੱਲਿਆ, ਮੈਂ ਲੈਣ ਨਹੀਂ ਚੱਲਿਆ। ਸਾਡਾ ਮਨ ਲੁਕੇ ਹੋਏ ਹੰਕਾਰ ਦੇ ਨਾਲ ਅੰਦਰੋਂ ਉਦੋਂ ਹੀ ਪ੍ਰਵਾਨ ਕਰ ਲੈਂਦਾ, ਮੈਂ ਕੁਝ ਲੈਣ ਨਹੀਂ ਚੱਲਿਆ, ਮੈਂ ਕੁਝ ਦੇਣ ਚੱਲਾ। ਜਦੋਂ ਵੀ ਕੋਈ ਸਕੂਲ ਕਾਲਜ ਬੱਚਾ ਜਾਂਦਾ ਹੈ, ਉਹ ਇਹ ਆਸ ਰੱਖ ਕੇ ਜਾਂਦਾ ਮੈਂ ਕੁਛ ਲੈਣ ਚੱਲਾ। ਹਾਲਾਂਕਿ ਫੀਸ ਉਹ ਵੀ ਦਿੰਦਾ ਹੈ, ਉਹ ਫੀਸ ਦਿੰਦਾ ਮਹੀਨੇ ਦੀ, ਪਰ ਉਹ ਆਸ ਰੱਖ ਕੇ ਜਾਂਦਾ ਵੀ ਜਿੰਨੇ ਮੈਂ ਪੈਸੇ ਖਰਚ ਰਿਹਾ ਮੈਂ ਉਹਦੇ ਮੁਕਾਬਲੇ ਵਿੱਚ ਕੁਛ ਲੈ ਕੇ ਆਉਣਾ ਹੈ। ਹਾਂ, ਜੇ ਅਸੀਂ ਕਿਤੇ ਆਸੇ ਰੱਖ ਵੀ ਲਈਏ ਵੀ ਮੈਂ ਗੁਰੂ ਘਰ ਵਿੱਚੋਂ ਕੁਛ ਲੈ ਕੇ ਆਉਣਾ ਹੈ, ਤਾਂ ਸਾਡੀ ਕੀ ਤਮੰਨਾ ਹੁੰਦੀ ਹੈ? ਸਾਡੀ ਤਮੰਨਾ ਹੁੰਦੀ ਘਰੋਂ ਡੋਲੂ ਲੈ ਚੱਲੀ, ਆਉਂਦੇ ਹੋਏ ਦਾਲ ਲਿਆਵਾਂਗੇ। ਸਾਡੀ ਤਮੰਨਾ ਹੁੰਦੀ ਹੈ ਵੀ ਕੌਲੀ ਲੈ ਚੱਲੀਏ, ਕੜਾਹ ਪ੍ਰਸ਼ਾਦ ਲੈ ਆਵਾਂਗੇ। ਜਿਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ 5887 ਸ਼ਬਦ ਇੱਕ ਇੱਕ ਭਗਤਾਂ ਦੇ ਹਿਰਦਿਆਂ ਵਿੱਚੋਂ ਨਿਕਲਿਆ, ਗੁਰੂ ਦੇ ਹਿਰਦਿਆਂ ਚੋਂ ਨਿਕਲਿਆ, ਭੱਟਾਂ ਦੇ ਸਿੱਖਾਂ ਦੇ ਹਿਰਦਿਆਂ ਚੋਂ ਨਿਕਲਿਆ, ਜਿਹਨੇ ਮੱਤ ਦੇ ਕੇ ਸਾਡੇ ਇਸ ਕੌਡੀ ਬਦਲੇ ਜਾ ਰਹੇ ਜੀਵਨ ਨੂੰ ਹੀਰੇ ਵਰਗਾ ਬਣਾਉਣਾ ਸੀ, ਉਹ ਕੋਈ ਲੈਣ ਲਈ ਤਿਆਰ ਨਹੀਂ। ਮੱਤ ਅਸੀਂ ਗੁਰੂ ਘਰ ਕਰਨ ਕੀ ਆਉਂਦੇ ਹਾਂ? 4-5 ਗੱਲਾਂ ਮੈਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ, ਫਿਰ ਆਪਾਂ ਅੱਗੇ ਤੁਰਨੇ। ਸਭ ਤੋਂ ਪਹਿਲੀ ਗੱਲ ਪੱਲੇ ਬੰਨੀ ਹੈ, ਜਿਹਦੇ ਕੋਲ ਮੈਂ ਚੱਲਿਆ ਉਹ ਅੱਤ ਦਾ ਉੱਚਾ ਹੈ, ਉਹ ਬਹੁਤ ਵੱਡਾ ਹੈ, ਪਰਮੇਸ਼ਰ ਦਾ ਰੂਪ ਹੈ। ਉਹ ਛੋਟਾ ਨਹੀਂ ਜਿਹਨੂੰ ਤੂੰ ਆਪਣੇ ਅਕਲ ਦੇ ਤਰਾਜੂ ਚ ਪਾ ਕੇ ਤੋਲ ਲਏਗਾ। ਛੋਟਾ ਨਹੀਂ ਹੈ, ਉਹ ਬਹੁਤ ਵੱਡਾ ਹੈ। ਅਤ ਉੱਚਾ ਤਾਂ ਕਾ ਦਰਬਾਰਾ। ਪਾਵਨ ਗੁਰਬਾਖ ਪੜ੍ਹਦੇ ਹੋ ਰੱਬੀ ਬਾਣੀ ਦਾ ਬਹੁਤ ਵਾਰੀ ਇਹ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ, ਤੂੰ ਬਹੁਤ ਵੱਡਾ ਹੈ। ਜਦੋਂ ਭਾਂਡਾ ਹੀ ਪਹਿਲਾਂ ਭਰ ਕੇ ਲੈ ਕੇ ਆਉਨੇ ਆ, ਉਹਦੇ ਦਰ ਤੋਂ ਕੀ ਲੱਭਾਂਗੇ? 10 ਕਈ ਵਾਰੀ ਇੱਕ ਉਦਾਹਰਨ ਦਿੰਦਾ। ਇੱਕ ਵਾਰੀ ਘੜੇ ਦੀ ਤੇ ਚੱਪਣੀ ਦੀ ਲੜਾਈ ਹੋ ਗਈ, ਬੜੀ ਸੌਖੀ ਜਿਹੀ ਉਦਾਹਰਨ ਹੈ। ਚੱਪਣੀ, ਆਪਾਂ ਤਾਂ ਪਿੰਡਾਂ ਵਾਲੇ ਰਹਿਣ ਵਾਲੇ ਸਾਰੀ ਗੱਲ ਸਮਝਦੇ ਹਾਂ। ਚੱਪਣੀ ਕਹਿਣ ਲੱਗੀ ਵੀ ਭਲਿਆ ਤੂੰ ਬੜਾ ਈਰਖਾ ਕਰਨਾ, ਤੂੰ ਬੜਾ ਦਵੈਸ਼ ਵਾਲਾ ਬੰਦਾ ਹੈ। ਘੜਾ ਬੋਲਿਆ ਕਿਉਂ? ਕਹਿਣ ਲੱਗੀ ਵੇਖ ਤੇਰੇ ਕੋਲ ਕਿੰਨੇ ਲੋਕ ਆਉਂਦੇ ਨੇ, ਸਭ ਨੂੰ ਭਰ ਭਰ ਕੇ ਤੋਰਨਾ, ਮੈਂ ਤੇਰੇ ਕੋਲ ਰਹਿਨੀ, ਕਦੀ ਬੂੰਦ ਪਾਣੀ ਦੀ ਨਹੀਂ ਮੈਨੂੰ ਦਿੱਤੀ। ਘੜਾ ਕਹਿਣ ਲੱਗਿਆ ਭਲੀਏ ਮੇਰਾ ਕਸੂਰ ਨਹੀਂ, ਕਸੂਰ ਤੇਰਾ ਹੈ। ਕਹਿਣ ਲੱਗੀ ਮੇਰਾ ਕੀ ਕਸੂਰ ਹੈ? ਉਹ ਬਾਹਰੋਂ ਆਉਂਦੇ ਨੇ, ਭਰ ਕੇ ਚਲੇ ਜਾਂਦੇ ਨੇ, ਮੈਂ ਤੇਰੇ ਕੋਲ ਰਹਿਨੀ, ਮੇਰਾ ਕੀ ਕਸੂਰ ਹੈ? ਮੈਂ ਤੇਰੇ ਕੋਲ ਰਹਿਨੀ ਤਾਂ ਮੇਰਾ ਕਸੂਰ ਹੈ। ਉਹ ਕਹਿਣ ਲੱਗਿਆ ਨਹੀਂ ਨਹੀਂ, ਜਦੋਂ ਹੁਣ ਕੋਈ ਆਏਗਾ ਹੁਣ ਦੇਖੀ। ਫਿਰ ਆਇਆ, ਲੋੜਵੰਦ ਕੋਈ ਆਇਆ, ਉਹਨੇ ਆਪਣਾ ਭਾਂਡਾ ਕੀਤਾ ਥੱਲੇ ਤੇ ਭਰ ਕੇ ਚਲਾ ਗਿਆ। ਘੜਾ ਕਹਿਣ ਲੱਗਿਆ ਪਤਾ ਲੱਗਿਆ? ਕਹਿਣ ਲੱਗੇ ਨਹੀਂ। ਕਹਿਣ ਲੱਗਿਆ ਕਮਲੀਓ ਪਹਿਲਾਂ ਮੇਰੇ ਆ ਕੇ ਨੀਵਾਂ ਹੋ ਜਾਂਦਾ ਹੈ, ਜਿਹੜਾ ਮੇਰੇ ਅੱਗੇ ਆ ਕੇ ਨੀਵਾਂ ਹੋ ਗਿਆ, ਖਾਲੀ ਹੋ ਕੇ ਆ ਗਿਆ, ਮੈਂ ਉਹਨੂੰ ਭਰ ਕੇ ਤੋੜ ਦਿੰਦਾ। ਤੂੰ ਕਮਲੀਏ ਕਦੇ ਨੀਵੀਂ ਹੋਈਓ ਨਹੀਂ, ਤੂੰ ਆ ਕੇ ਮੇਰੇ ਸਿਰ ਤੇ ਚੜ ਕੇ ਬੈਠਦੀ ਹੈ, ਤੈਨੂੰ ਇਉਂ ਲੱਗੀ ਜਾਂਦਾ ਮੈਂ ਵੱਡੀ, ਮੈਂ ਤਾਂ ਘੜੇ ਤੋਂ ਵੀ ਉੱਤੇ ਰਹਿਣੀ ਹੈ।
ਤੂੰ ਕਿਸੇ ਦਾ ਕੰਮ ਨਹੀਂ ਕੋਈ ਸਵਾਰਦੀ। ਦੇਖ ਮੈਂ ਕਿੰਨੇ ਕੰਮ ਸਵਾਰਨੇ ਕਿਸੇ ਦੇ। ਸੱਚ ਕਰਕੇ ਜਾਣਿਓ। ਸਾਨੂੰ ਇਉਂ ਲੱਗਣ ਲੱਗ ਜਾਂਦਾ ਗੁਰਦੁਆਰੇ ਦੇ ਥੰਮੇ ਮੈਂ ਬਣਵਾਏ ਸਨ, ਇੱਥੇ ਪੱਖੇ ਮੈਂ ਲਗਵਾਏ ਸਨ, ਇੱਥੇ ਏਸੀ ਮੈਂ ਲਗਵਾਇਆ ਸੀ। ਮੈਂ ਤਾਂ ਕੁਛ ਦੇਣ ਚੱਲਿਆ, ਮੈਂ ਲੈਣ ਥੋੜਾ ਚੱਲਿਆ। ਸੰਗਤ ਵਿੱਚ ਆਉਂਦਾ ਅਸਰ ਕੋਈ ਨਹੀਂ ਹੁੰਦਾ, ਖਾਲੀ ਦਾ ਖਾਲੀ ਤੁਰ ਜਾਂਦਾ, ਕੋਈ ਪ੍ਰਾਪਤੀ ਨਹੀਂ। ਹਾਂ ਇਹ ਪ੍ਰਾਪਤੀ ਹੋ ਸਕਦੀ ਹੈ, ਮੈਂ ਆਪਣੇ ਦਿਨਾਂ ਦੇ ਵਿੱਚ ਵਾਧਾ ਕਰ ਲਿਆ, ਮੈਂ ਆਪਣੇ ਦਿਨਾਂ ਦੀ ਗਿਣਤੀ ਵਿੱਚ ਵਾਧਾ ਕਰ ਲਿਆ। ਤੁਸੀਂ ਕੱਲ ਗੁਰਦੁਆਰੇ ਆਏ ਹੋ, ਮੈਨੂੰ 10 ਸਾਲ ਹੋ ਗਏ ਗੁਰਦੁਆਰੇ ਆਉਂਦੇ ਨੂੰ। ਪਹਿਲਾ ਨੁਕਤਾ ਪੱਲੇ ਬੰਨੀਏ ਵੀ ਜਦੋਂ ਮੈਂ ਗੁਰੂ ਕੋਲ ਜਾਵਾਂ ਤੇ ਮੱਤ ਲੈਣ ਜਾਵਾਂ, ਮੈਂ ਸਮਝ ਕੇ ਜਾਵਾਂ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ। ਪਾਲੇ ਕਿਰਤ ਘਣਾ ਪੂਰਨ ਦ੍ਰਿਸ਼ਟ ਤੇਰੀ ਰਾਮ। ਦੂਜੀ ਗੱਲ, ਸੰਗਤ ਵਿੱਚ ਜਿੱਥੇ ਜਗ੍ਹਾ ਮਿਲ ਜਾਏ ਉੱਥੇ ਬੈਠ ਜਾਣਾ ਚਾਹੀਦਾ ਹੈ। ਅਸੀਂ ਗਲਤੀ ਕਰਨੇ ਹਾਂ, ਅਸੀਂ ਵਾਕਫ ਬੰਦਾ ਲੱਭਦੇ ਵੀ ਕੌਣ ਹੈ, ਕਿਹਦੇ ਲਾਗੇ ਬੈਠਾ, ਦੂਜਾ ਹੱਥ ਖੜਾ ਕਰਨਾ ਮੈਂ ਇੱਥੇ ਬੈਠਾ। ਫਿਰ ਅਸੀਂ ਉਹਦੇ ਕੋਲ ਬੈਠੇ ਬੈਠੇ ਗੱਲਾਂ ਕਰਨੇ, ਉਹਦੇ ਕੋਲ ਬੈਠੇ ਬੈਠੇ ਗੱਲਾਂ ਕਰਨੇ। ਇਹ ਜਿਹੜੇ ਕਹਿੰਦੇ ਨੇ ਨਾ ਸਾਨੂੰ, ਇਹ ਕਹਿੰਦੇ ਨੇ ਨਾ ਪੈਸੇ ਲੈਣੇ ਨੇ, ਇਹ ਆਪ ਨਹੀਂ ਕਮਾਉਂਦੇ, ਉਹ ਫਿਰ ਬੈਠੇ ਬੈਠੇ ਗੱਲਾਂ ਕਰਦੇ ਨੇ। ਜਿਹਦੇ ਕੋਲ ਜਿਹਦਾ ਨਜ਼ਦੀਕੀ ਬੈਠਾ ਹੋਏਗਾ ਉਹ ਕੋਈ ਨਾ ਕੋਈ ਗੱਲ ਕਰੇਗਾ। ਕਾਹਦੇ ਤੇ ਆਇਓ, ਵਾਪਸ ਕਿਵੇਂ ਜਾਣਾ, ਉਹਨੂੰ ਕੋਈ ਫਿਕਰ ਨਹੀਂ ਵੀ ਕੀ ਇਕੱਠਾ ਚੱਲ ਰਹੀ, ਕੀ ਵਿਚਾਰ ਚੱਲ ਰਹੀ ਹੈ। ਮੈਂ ਗੁਰੂ ਦੇ ਚਰਨਾਂ ਵਿੱਚ ਆਇਆ, ਕੀ ਲੈਣਾ ਆ। ਜਿੱਥੇ ਜਗ੍ਹਾ ਮਿਲ ਜਾਏ ਉੱਥੇ ਬੈਠ ਜਾਓ। ਦੂਜਾ ਨੁਕਤਾ। ਤੀਜਾ ਨੁਕਤਾ ਬੜੇ ਧਿਆਨ ਵਿੱਚ ਰੱਖਿਓ। ਤੁਹਾਡੇ ਅੰਦਰ ਇੱਕ ਜੱਜ ਬੈਠਾ ਹੈ, ਉਹਨੂੰ ਸ਼ਾਂਤ ਕਰਿਓ ਪਹਿਲਾਂ। ਤੁਹਾਡੇ ਅੰਦਰ ਇੱਕ ਜੱਜ ਬੈਠਾ, ਉਹ ਅੰਦਰ ਹੀ ਅੰਦਰ ਗੱਲਾਂ ਕਰੀ ਜਾਂਦਾ ਹੈ, ਅੰਦਰ ਹੀ ਅੰਦਰ ਗੱਲਾਂ ਕਰੀ ਜਾਂਦਾ। ਆਹ ਗੱਲ ਤਾਂ ਫਲਾਣੇ ਨੇ ਸੁਣਾਈ ਸੀ, ਇਹ ਉਹਦੀਆਂ ਗੱਲਾਂ ਨੇ। ਆਓ ਇਹ ਤਾਂ ਇੱਧਰ ਉੱਧਰ ਤੇ ਚਾਰ ਫੜ ਕੇ ਗੱਲਾਂ, ਇੱਥੇ ਗੱਲਾਂ ਕਰਕੇ ਤੁਰ ਜਾਂਦੇ ਨੇ। ਇਹੋ ਜਿਹੀ ਨੇ, ਕੀ ਫਰਕ ਪੈਣ ਲੱਗਾ। ਅੰਦਰਲੇ ਜੱਜ ਨੂੰ ਸ਼ਾਂਤ ਕਰ ਲਿਓ, ਉਹਨੂੰ ਕਹਿ ਦਿਓ ਕਮਲਿਆ ਚੁੱਪ ਕਰਕੇ ਬੈਠ, ਤੈਨੂੰ ਮੈਂ ਅੱਜ ਗੁਰੂ ਦੀ ਗੱਲ ਸੁਣਾਉਣਾ। ਇਹ ਅੰਦਰ ਬੋਲਦਾ ਰਹਿੰਦਾ ਹੈ। ਜਿੱਦਣ ਤੁਸੀਂ ਆਪਣਾ ਆਪ ਚੁੱਪ ਕਰਕੇ ਸੱਚ ਕਰਕੇ ਜਾਣਿਓ, ਸੁਣਨਾ ਹੀ ਉਸ ਦਿਨ ਹੈ। ਹਾਲੇ ਅਸੀਂ ਅੰਦਰੋਂ ਚੁੱਪ ਨਹੀਂ ਕਰਦੇ, ਅੰਦਰ ਸਾਡੇ ਦਿਨ ਰਾਤ ਇੱਕ ਵਿਚਾਰ ਚਲਦੀ ਰਹਿੰਦੀ ਹੈ। ਫਿਰ ਗੁਰੂ ਕੋਲ ਆਓਗੇ ਨਾ, ਤੇ ਗੁਰੂ ਸਭ ਤੋਂ ਕੀਮਤੀ ਦਾਤ ਹੈ ਨਾ, ਜਿਹੜੀ ਸਭ ਤੋਂ ਕੀਮਤੀ ਦਾਤ ਹੈ ਗੁਰੂ ਦੀ ਮੱਤ। ਜਨ ਨਾਨਕ ਕੋ ਗੁਰ ਇਹ ਮੱਤ ਦੀਨੀ, ਜਪ ਹਰ ਭਵਜਲ ਤਰਨਾ। ਆ ਜਿਹੜੀ ਮੱਤ ਹੈ ਬਹੁਤ ਔਖੀ ਹੈ। ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਠੈਨੀ। ਬੜੀ ਔਖੀ ਗੱਲ ਹੈ, ਬੜੀ ਔਖੀ ਗੱਲ ਹੈ। ਇਹ ਗੱਲ ਨੂੰ ਪ੍ਰਮਾਣ ਕਰਨਾ, ਮੈਂ ਮਤ ਲੈ ਕੇ ਤੁਰਾਂ। ਬੇਟੀ ਨੂੰ ਬੇਨਤੀ ਕਰਨਾ ਵੀ ਤੁਸੀਂ ਲੰਮੇ ਪੰਨ ਤੇ ਜਾਣਾ ਹੋਏਗਾ ਤੇ ਤੁਸੀਂ ਨਿਕਲੋ, ਕਿਉਂਕਿ ਰਾਤ ਦਾ ਵਕਤ ਹੈ। ਗੁਰੂ ਸਾਹਿਬ ਤੁਹਾਡੀ ਹਾਜ਼ਰੀ ਪ੍ਰਵਾਨ ਕਰਨ। ਜਦੋਂ ਅਸੀਂ ਇਹ ਗੱਲ ਪ੍ਰਵਾਨ ਕਰਨੇ ਆ ਨਾ ਵੀ ਮੈਂ ਮੱਤ ਲੈਣ ਗੁਰੂ ਕੋਲ ਆਇਆ ਹਾਂ, ਤਾਂ ਯਕੀਨ ਕਰਕੇ ਜਾਣਿਓ ਸਾਡੇ ਜੀਵਨ ਵਿੱਚ ਤਬਦੀਲੀ ਆਏਗੀ। ਹਜੇ ਅਸੀਂ ਇਹ ਕਬੂਲ ਨਹੀਂ ਕਰਦੇ। ਅਸੀਂ ਮੱਤ ਦੇਣ ਦੀ ਕੋਸ਼ਿਸ਼ ਕਰਨੇ ਆ, ਮੱਤ ਲੈਣ ਦੀ ਕੋਸ਼ਿਸ਼ ਨਹੀਂ ਕਦੇ ਕਰਦੇ। ਗੁਰੂ ਕੋਲ ਮੱਤ ਲੈਣ ਆਉਨੇ ਆ। ਬਾਬੇ ਲੈਣੇ ਕੋਲ ਬਹੁਤ ਵਧੀਆ ਅਕਲ ਹੈ, ਉਹ ਧਰਮ ਕਮਾ ਰਹੇ ਨੇ, ਦੇਵੀਆਂ ਦੇ ਜਾਂਦੇ ਨੇ, ਉਹ ਬਿਜ਼ਨਸ ਕਰਦੇ ਨੇ, ਦੁਕਾਨਦਾਰੀ ਕਰਦੇ ਨੇ। ਪਰ ਜਿਸ ਦਿਨ ਗੁਰੂ ਦੀ ਮੱਤ ਪਤਾ ਲੱਗੀ, ਉਸ ਦਿਨ ਮਨ ਦੇ ਭਰਮ ਟੁੱਟ ਗਏ। ਉਹ ਮਨਾ ਤੂੰ ਕਿਹੜੀ ਮੱਤ ਲੈ ਕੇ ਫਿਰਦਾ ਰਿਹਾ, ਅਸਲ ਮੱਤ ਹੈ। ਜਿੱਦਣ ਠੱਗ ਨੇ ਲੰਮਾ ਚੋਲਾ ਪਾ ਕੇ ਹੱਥ ਮਾਲਾ ਪਕੜ ਕੇ ਧਰਮਸ਼ਾਲਾ ਬਣਾ ਕੇ ਲੋਕਾਂ ਨੂੰ ਉਹ ਚੰਗੇ ਤਰ੍ਹਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ, ਰਹਿਣ ਸਹਿਣ ਦੇ ਰਿਹਾ, ਉਸ ਦਿਨ ਉਹਨੂੰ ਪਤਾ ਲੱਗਿਆ। ਜਿੱਦਣ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਿਆ, ਕਹਿਣ ਲੱਗਿਆ ਮਨਾ ਮੂਰਖਾ, ਉਹ ਮੱਤ ਤਾਂ ਆ ਹੈ, ਤੂੰ ਤਾਂ ਦਿਨ ਰਾਤ ਠੱਗੀਆਂ ਮਾਰਨਾ ਹੈ। ਕਿਸੇ ਦਾ ਜ਼ਿਕਰ ਕਰ ਲਓ। ਬਾਬਾ ਅਮਰਦਾਸ ਜੀ 20 ਸਾਲ ਤੀਰਥਾਂ ਤੇ ਗਏ। ਕਹਿ ਦੇਣਾ ਬੜਾ ਸੌਖਾ ਹੁੰਦਾ, 20 ਸਾਲ ਤੀਰਥਾਂ ਤੇ ਸਮਾਂ ਗੁਜ਼ਰਿਆ ਉਹਨਾਂ ਦਾ।
ਜਿੱਦਣ ਤੁਸੀਂ ਵੀ ਗੁਰੂ ਦੀ ਮੱਤ ਲੈ ਲਈ ਉਸ ਦਿਨ ਤੁਸੀਂ ਵੀ ਕਹਿਣਾ ਮੈਂ ਵੀ 20 ਸਾਲ ਐਵੇਂ ਕਬਰਾਂ ਨੂੰ ਪੂਜਦਾ ਰਿਹਾ, ਮੈਂ ਵੀ 20 ਸਾਲ ਐਵੇਂ ਦੇਹਧਾਰੀਆਂ ਕੋਲ ਭਟਕਦਾ ਰਿਹਾ, ਮੈਂ ਵੀ ਆਪਣੇ ਜੀਵਨ ਨੂੰ ਐਵੇਂ ਬਰਬਾਦ ਕਰਦਾ ਰਿਹਾ। ਪਤਾ ਤਾਂ ਹੁਣ ਲੱਗਿਆ ਗੁਰੂ ਦੇ ਸ਼ਬਦ ਵਿੱਚ ਅੰਤਰ ਕੀ ਹੈ, ਗੁਰੂ ਦੇ ਬਚਨ ਵਿੱਚ ਆਨੰਦ ਕੀ ਹੈ। ਇੱਕੋ ਇੱਕ ਬੇਨਤੀ ਕਰਕੇ ਮੈਂ ਸ਼ਬਦ ਦੀ ਵਿਚਾਰ ਸ਼ੁਰੂ ਕਰਨੀ ਚਾਹੁੰਦਾ। ਪਿਆਰ ਵਾਲਿਓ, ਤੁਸੀਂ ਕਿਸੇ ਦਾ ਜੀਵਨ ਫੋਲ ਕੇ ਦੇਖ ਲਿਓ। ਕਬੀਰ ਸਾਹਿਬ ਇੱਕ ਛੋਟੀ ਜਿਹੀ ਝੁੱਗੀ ਕੱਪੜਾ ਬੁਣ ਕੇ ਗੁਜ਼ਾਰਾ ਕਰਨ ਵਾਲੇ 120 ਮੰਦਰ ਹੈ ਬਨਾਰਸ ਦੀ ਧਰਤੀ ਉੱਤੇ, 120 ਮੰਦਰ, ਔਰ ਬੜੀਆਂ ਸਦੀਆਂ ਦੇ ਮੰਦਰ ਨੇ ਉਹ। ਉੱਥੇ ਨਿਤ ਟੱਲ ਖੜਕਦੇ ਨੇ, ਨਿਤ ਉੱਥੇ ਸ਼ੰਖ ਪੂਰੇ ਜਾਂਦੇ ਨੇ, ਨਿਤ ਉੱਥੇ ਮੰਤਰਾਂ ਦੀ ਗੱਲ ਹੁੰਦੀ ਹੈ, ਨਿਤ ਉੱਥੇ ਲੋਕਾਂ ਦੇ ਭਰਮ ਪਾਲੇ ਜਾਂਦੇ ਨੇ। ਉਹਨਾਂ ਦਾ ਜਿੰਨਾ ਵੀ ਉਪਦੇਸ਼ ਹੈ ਬਾਕੀ ਸਭ ਲੋਕਾਂ ਦੇ ਭਾਵੇਂ ਅਸਰ ਕਰ ਗਿਆ ਹੋਵੇ, ਥੋੜੀ ਦੂਰੀ ਤੇ ਰਹਿੰਦੇ ਕਬੀਰ ਸਾਹਿਬ ਦੀ ਝੁੱਗੀ ਤੱਕ ਨਹੀਂ ਪਹੁੰਚੇ ਉਹਨਾਂ ਦੇ ਬੋਲ। ਕਿਉਂ ਨਹੀਂ ਅਸਰ ਹੋਇਆ? ਉਹਨਾਂ ਨੂੰ ਅਸਰ ਤਾਂ ਨਹੀਂ ਹੋਇਆ ਕਿਉਂਕਿ ਉਹਨਾਂ ਕੋਲ ਪਰਮੇਸ਼ਰ ਦੀ ਰੱਬੀ ਬਾਣੀ ਸੀ। ਉਹਨਾਂ ਦੇ ਉੱਤੇ ਕੋਈ ਅਸਰ ਨਾ ਹੋਇਆ। ਕਿੰਨੇ ਵੀ ਮੰਦਰ ਨੇ, ਜਿੰਨੇ ਮਰਜ਼ੀ ਇੱਥੇ ਤੁਹਾਡੇ ਇਲਾਕੇ ਦੇ ਵਿੱਚ ਡੇਰੇ ਬਣ ਜਾਣ, ਕੋਈ ਦੇਹਧਾਰੀ ਬੈਠ ਜਾਏ, ਤੁਹਾਡੇ ਕੋਲ ਗੁਰੂ ਕੀ ਬਾਣੀ ਹੋਈ ਤੁਹਾਨੂੰ ਡਾਰੀ ਕੋਈ ਨਹੀਂ, ਬਾਣੀ ਹੋਵੇ ਬਸ। ਫਰਕ ਸਿਰਫ ਇੰਨਾ ਹੈ। ਰਵਿਦਾਸ ਜੀ ਲੋਕ ਕਿੰਨਾ ਵਿਤਕਰਾ ਕਰਦੇ ਨੇ, ਜਦੋਂ ਤੁਰਦੇ ਵੀ ਨੇ ਉਦੋਂ ਪਿੱਛੇ ਝਾੜੀ ਬੰਨੀ ਹੁੰਦੀ ਹੈ, ਇੱਕ ਦਰਖਤ ਦੀ ਟਾਹਣੀ ਬੰਨੀ ਹੁੰਦੀ ਹੈ ਵੀ ਇਹਦੇ ਪੈੜਾ ਮਿਟ ਜਾਣ, ਕਿਸੇ ਉੱਚ ਜਾਤੀ ਵਾਲੇ ਦੀਆਂ ਪੈੜਾ ਨਾ ਆ ਜਾਣ, ਨਹੀਂ ਤੇ ਪਿੱਟਿਆ ਜਾਏਗਾ। ਉਹ ਕਬੀਰ ਸਾਹਿਬ ਔਰ ਰਵਿਦਾਸ ਜੀ ਦੁਨੀਆ ਨੂੰ ਟਣਕਾ ਕੇ ਕਹਿੰਦੇ ਨੇ, ਉਹ ਮੈਨੂੰ ਇਹਨਾਂ ਦੀ ਪਰਵਾਹ ਕੋਈ ਨਹੀਂ। ਕਵਨ ਨਰਕਿਆ ਸੁਰਗ ਵਿਚਾਰਾ ਸੰਤਨ ਦਊ ਰਾਦੇ, ਹਮ ਕਾਹੂ ਕੀ ਕਾਨ ਨਾ ਕੱਟਦੇ ਆਪਣੇ ਗੁਰ ਪ੍ਰਸਾਦੇ। ਕੀ ਸੀ ਉਹਨਾਂ ਕੋਲ ਬਾਣੀ? ਭਗਤ ਨਾਮਦੇਵ ਜੀ ਨੂੰ ਪੁੱਛ ਲਈਏ, ਤੈਨੂੰ ਮੰਦਿਰਾਂ ਚੋਂ ਧੱਕੇ ਮਾਰੇ ਤੈਨੂੰ ਡਰ ਨਾ ਲੱਗਾ? ਅਸੀਂ ਤਾਂ ਇੰਨੇ ਡਰਦੇ ਆ। ਉਹ ਕਹਿੰਦੇ ਡਰ ਕਿਸ ਗੱਲ ਦਾ? ਤੇਰੇ ਕੋਲ ਬਾਣੀ ਹੋਵੇ, ਸੱਚ ਕਰਕੇ ਜਾਣੀ, ਜਿਹੜੇ ਮੰਦਿਰਾਂ ਦੇ ਪੁਜਾਰੀ ਨੇ ਤੇਰੇ ਚਰਨਾਂ ਚ ਆ ਜਾਣਗੇ। ਤੇਰੇ ਕੋਲ ਬਾਣੀ ਹੋਵੇ। ਕਿਸੇ ਦਾ ਜੀਵਨ ਪੁੱਛ ਕੇ ਦੇਖ ਲਿਓ, ਸ਼ੇਖ ਫਰੀਦ ਨੂੰ ਪੁੱਛ ਕੇ ਦੇਖ ਲਿਓ, ਉਹ ਕਹਿੰਦੇ ਮੇਰੇ ਕੋਲ ਰੱਬ ਦੀ ਬਾਣੀ ਸੀ। ਭੱਟਾਂ ਦਾ ਜੀਵਨ ਏਡਾ ਉੱਚਾ ਕਿਉਂ? ਉਹਨਾਂ ਕੋਲ ਜਦ ਤੱਕ ਉਹਨਾਂ ਕੋਲ ਬਾਣੀ ਨਹੀਂ ਸੀ ਆਈ, ਉਹਨਾਂ ਚਿਰ ਉਹ ਭਟਕਦੇ ਰਹੇ। ਅਰੇ ਹੋ ਸੰਤ ਹੋਂ ਟੋਲ ਸਾਧਵੋ ਤੇਰੇ ਡਿੱਠੇ, ਸਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ, ਬਰਸ ਇੱਕ ਹੋਂ ਫਿਰਿਓ ਕਿਨੇ ਨ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਜਿਸ ਦਿਨ ਉਹਨਾਂ ਨੇ ਬਾਣੀ ਪੜ੍ਹਨ ਵਾਲੇ ਨੂੰ ਤੱਕਿਆ, ਉਸ ਦਿਨ ਉਹਨੂੰ ਪੁੱਛਿਆ ਵੀ ਤੁਹਾਡੀ ਤਸੱਲੀ ਹੋ ਗਈ? ਹਾਲਾਂਕਿ ਸਿੱਖ ਦੀ ਤਸੱਲੀ ਨਹੀਂ ਹੁੰਦੀ, ਉਹਨਾਂ ਭੱਟਾਂ ਦੀ ਤਸੱਲੀ ਹੋ ਗਈ ਸੀ। ਉਹਨਾਂ ਨੂੰ ਪੁੱਛਿਆ ਤੁਸੀਂ ਬੜੀਆਂ ਥਾਵਾਂ ਤੇ ਭਟਕੇ ਹੋ, ਬੜੀਆਂ ਥਾਵਾਂ ਤੇ ਗਏ ਹੋ, ਬੜੀ ਪਾਰਖੂ ਅੱਖ ਬਣ ਗਈ ਤੁਹਾਡੀ, ਬੜਾ ਤਜਰਬੇਕਾਰ ਬੰਦੇ ਬਣ ਗਏ ਹੋ, ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਗੁਰੂ ਘਰ ਆ ਕੇ ਤੁਹਾਡੀ ਤਸੱਲੀ ਹੋ ਗਈ? ਕਹਿੰਦੇ ਬਿਲਕੁਲ। ਧਰਨ ਗਗਨ ਨਭ ਖੰਡ ਮੈਂ ਜੋਤ ਸਰੂਪੀ ਰਹਿਓ ਪਰ, ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਸਾਨੂੰ ਤੇ ਤਸੱਲੀ ਹੋ ਗਈ ਪੂਰੀ। ਜਿਹਦੇ ਕੋਲ ਵੀ ਬਾਣੀ ਹੈ ਸੱਜਣਾ, ਉਹਨੂੰ ਕਦੇ ਤੱਤੀ ਬਾਹ ਲੱਗਣੀ ਦਿਖਾ, ਉਹ ਤੇ ਗੁਰੂ ਚਰਨਾਂ ਵਿੱਚ ਜੁੜ ਕੇ ਪਰਮਾਨੰਦ ਮੰਨਦਾ। ਬਸ ਉਹਦੇ ਕੋਲ ਕੱਲੀ ਬਾਣੀ ਹੋਵੇ, ਗੁਰੂ ਦੇ ਬੋਲ ਹੋਵਣ, ਗੁਰੂ ਦੇ ਅੰਮ੍ਰਿਤ ਬਚਨ ਹੋਵਣ। ਜੇ ਬਾਣੀ ਕਿਸੇ ਗ੍ਰੰਥ ਵਿੱਚ ਪ੍ਰਕਾਸ਼ ਹੋ ਜਾਏ, ਉਹ ਗੁਰੂ ਗ੍ਰੰਥ ਸਾਹਿਬ ਬਣ ਜਾਂਦਾ ਹੈ। ਜੇ ਬਾਣੀ ਕਿਸੇ ਮੰਦਰ ਵਿੱਚ ਪ੍ਰਕਾਸ਼ ਹੋ ਜਾਏ, ਉਹ ਦਰਬਾਰ ਸਾਹਿਬ ਬਣ ਜਾਂਦਾ ਹੈ। ਜੇ ਮੰਜੀ ਕਿਸੇ ਉੱਤੇ ਪ੍ਰਕਾਸ਼ ਹੋ ਜਾਏ, ਉਹ ਮੰਜੀ ਸਾਹਿਬ ਬਣ ਜਾਂਦੀ ਹੈ। ਜੇ ਬਾਣੀ ਕਿਸੇ ਦੇ ਗਿਰਦੇ ਵਿੱਚ ਵਸ ਜਾਏ, ਉਹ ਰੱਬ ਦਾ ਰੂਪ ਬਣ ਜਾਂਦਾ ਹੈ। ਜੇ ਬਾਣੀ ਪਾਣੀ ਵਿੱਚ ਘੋਲ ਦਿਓ, ਉਹ ਅੰਮ੍ਰਿਤ ਬਣ ਜਾਂਦਾ ਹੈ। ਦੇਖ ਤਾਂ ਸਹੀ, ਜੋ ਕੁਝ ਵੀ ਬਦਲਦਾ ਬਾਣੀ ਦੇ ਸ਼ਬਦ ਨਾਲ ਬਦਲਦਾ। ਜਿੱਦਨ ਗੁਰੂ ਕੇ ਸਿੱਖਾ ਤੂੰ ਅੰਦਰ ਗੁਰੂ का ਸ਼ਬਦ ਲੈ ਗਿਆ ਨਾ, ਸਮਝ ਲੈ ਤੇਰਾ ਜੀਵਨ ਦਰਬਾਰ ਸਾਹਿਬ ਬਣ ਜਾਣਾ। ਇਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਕਾਸ਼ ਹੋ ਜਾਣਾ। ਟੁੱਟੇ ਹੋਏ ਤਾਂ ਬਾਣੀ ਕੋਲੋਂ ਹੈ, ਮਲਕ ਦੇ ਬਚਨਾਂ ਕੋਲੋਂ ਹੈ। ਸ਼ਬਦ ਨੇ ਵੀ ਵਕਤ ਲੈਣਾ,
मैं नाल लेके चलां गल नूं। माधवे ऐसी देह बुझाई। माधवे का अर्थ है हे परमेश्वर। ऐसी आप सौखे समझने, पंजाबी के ठेठ शब्द ने। इस तरह की देहो बुझाई, मैनू गल समझा दिओ। इनू समझिए थोड़ा जा। हुण ते टीवी आ गए ने, फोन आ गए ने, फेसबुक आ गई है, कई इहो ਜਿਹੇ रुझेवें मनुख की जिंदगी च आ गए ने। ये अगे कला होके भी सारिਆਂ ਨਾਲ जुड़िया होया सी, हुण सारिਆਂ कोल होके भी कला बैठ जाता है। चार बंदे बैठे हुण चार एक दूजे नाल गल नहीं करते, फोनां ते लगे ने। पुराने समय च बीमारियां नहीं सी, उदों बीमारी नहीं सी। उदों लोग कट्ठे होके बैठ के, मैनू चंगी तरह याद है, कट्ठे होके बैठ के चंगी तरह ते उन्होंने बुझारतां पाउणियां। जिन्हें बुझारत पाउणी उन्हें फिर बाकियां ने उहदा जवाब लभणे। हुण कई बारी किसी ने कहना भी पुत्त मैं तो तेरी मां लगनी है, देख मैनू नहीं आउंदी, तू मैनू कन्न विच दस दे जवाब की। वो कहंदा नहीं। कोई भरा, कोई दोस्त, कोई मित्र, किन्ना नजदीकी रिश्ता होवे, वो बुझारत पाउण वाला दसदा नहीं है। वो कहना ना, जे तू इहदा जवाब लेना ना, तेनू एक गल कहनी पवेगी। जब तक ये गल नहीं कहना उन्ना चिर तक जवाब नहीं मिलना। एक गल तेनू कहनी पवेगी। वो किहड़ी? एक बारी कह दे भी मैं हार गया। जदों कह दिता मैं हार गया, उस वेले जवाब दे दिंदा है। कोई रिश्ता नहीं, कोई सखा संबंधी नहीं, कोई लालच नहीं, कोई भय नहीं, पर इको ही गल कहनी पवेगी, मैं हार गया। सत करके जाने हो, गुरु नूं असीं रोज कहने, गुरा एक देह बुझाई। गुरु कहना हार के आया? कहना ना ना, मैं हार के नहीं, मैं 21 पाठ करके आया। तुसीं मैनूं हार के कहंदे हो? मैं हार के नहीं आया, मैं तो जित के आया, अरदास करवाउण आया इन्ने पाठां दी। गुरु कहने चंगा फिर पढ़ी जा जिन्ना चिर तेरा जी करदा, समझ नहीं होनी। फिर कहंदे हो गुरा एक देहे बुझाई, सबना जियां का एक दाता, सो मैं बिसर ना जाई। मैनू तरीका दस, मैनू रब ना भुले, मैनू ते भुल जांदा है। फिर गुरु पुछदा तू हार के आया? कहना नहीं। फिर वही शर्त है। जिस दिन सिख ने गल कह दी ना, अब हम चली ठाकुर पे हार, जब हम शरण प्रभु की आई, राख प्रभु भावे मार, उसे दिन चुक के तेनू सीने नाल ला देना। गल ते इन्नी है। जदों तक तेनू खुद नू हंकार है भी मैं बहुत कुछ जानदा है, मन तू मत मान करें, जे हूं किछ जानदा गुरमुख निमाना हो। ओ मना तू मत मान करी इस गल दा भी मैं बहुत कुछ जानदा है। इत्थे जिन्ना नीवा होके आ जाएगा उन्ना भर के चला जाएगा। कह दे एक बारी भी मैं हार गया। माधवे ऐसी देह बुझाई। मालिक जी, हे वाहिगुरु जी, हे परमेश्वर जी, मेरे ते कृपा करो, मैनू ये गल समझा दिओ, मैनू समझ नहीं आउंदी। कोट पराध हमारे खंडो, अनक विधि समझावो, हम अज्ञान अल्प मत थोरी, तुम आपन बिरद रखावो। जिन्ना चिर तू कृपा नहीं करदा उन्ना चिर समझ नहीं मैनू आउणी। जदों गुरु कृपा कर दे, गुर पूरा तत् यह बुझाया, बुझाती ना गल, समझाती ना। प्रभ अपना नानक जन ध्याया। कहते उदों मैं मालिक की इबादत करन लग पिया, उदों मैनू रब नहीं भुलदा। उन्हें समझा दिता भी आ तरीका है, इवें नहीं तेनू रब भुलेगा। गुरु बुझारतां खोलदे ने, गुरु बुझारतां खोलदे ने। सानू नहीं पता असीं बुझारतां किवें खोलणीआं ने।
ਔਰ ਇੱਥੋਂ ਤੱਕ ਬੇਨਤੀ ਕਰਦੇ ਹਾਂ, ਪੁਰਾਣੇ ਸਮੇਂ ਦੇ ਅੰਦਰ ਇੱਕ ਦੂਜੇ ਦੀ ਅਕਲ ਪਰਿਵਾਰ ਨੂੰ ਵੇਖਣ ਪਰਖਣ ਵਾਸਤੇ ਅੱਜ ਤੇ ਬੜੇ ਸਾਧਨ ਨੇ, ਉਦੋਂ ਨਹੀਂ ਸੀ ਹੁੰਦੇ। ਉਦੋਂ ਬਰਾਤ ਪ੍ਰਸ਼ਾਦਾ ਛਕਣ ਬੈਠੀ ਹੋਵੇ, ਕੋਈ ਸਿਆਣਾ ਬੰਦਾ ਬਰਾਤ ਨੂੰ ਬੰਨ੍ਹ ਦਿਆ ਕਰਦਾ ਸੀ। ਉਦੋਂ ਇੱਕ ਉਹਨਾਂ ਨੇ ਗੱਲ ਕਹਿਣੀ, 2 ਸ਼ਬਦਾਂ ਵਿੱਚ ਗੱਲ ਕਹਿਣੀ, ਤੇ ਉਹ ਬਰਾਤ ਬੰਨ੍ਹ ਦੇਣੀ। ਭਾਵ ਜਿੰਨਾ ਚਿਰ ਤੱਕ ਤੁਸੀਂ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਸਮਝ ਕੇ, ਉਹਨਾਂ ਚਿਰ ਪ੍ਰਸ਼ਾਦਾ ਨਹੀਂ ਛਕ ਸਕਦੇ। ਫਿਰ ਸਿਆਣੇ ਬੰਦੇ ਉਹਨਾਂ ਨੇ ਵੀ ਲਿਆਂਦੇ ਹੁੰਦੇ ਸੀ, ਕੀ ਪਤਾ ਕੋਈ ਬਰਾਤ ਬੰਨ੍ਹ ਦੇਵੇ। ਫਿਰ ਉਹ ਬਰਾਤ ਨੂੰ ਸਿਆਣੇ ਬੰਦੇ ਖੋਲ ਦਿਆ ਕਰਦੇ ਸੀ। ਨਾਨਕ ਪੀਠਾ ਪੱਕਿਆ ਧਰਿਆ ਆਣ ਮੌਜੂਦ, ਬਾਝੋ ਸਤਿਗੁਰ ਆਪਣੇ ਬੈਠਾ ਝਾਕ ਦਰੂਦ। ਕਹਿਣ ਲੱਗੇ ਆਪਣੇ ਸਤਿਗੁਰੂ ਤੋਂ ਬਿਨਾਂ ਪ੍ਰਸ਼ਾਦਾ ਪਿਆ ਤੂੰ ਛਕ ਨਹੀਂ ਸਕਦਾ। ਫਿਰ ਉਹ ਜਵਾਬ ਦਿੰਦੇ ਨੇ, ਨਾਨਕ ਭੂਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰੱਜ ਰੱਜ ਸਹੀ ਖਾਏ। ਇਹ ਖੋਲ ਦਿੱਤੀ ਬਰਾਤ। ਬਹੁਤਾਤ ਗੱਲਾਂ ਗੁਰਬਾਣੀ ਦੀਆਂ ਅੱਜ ਵੀ ਸਾਡੇ ਵਿਰਸੇ ਦਾ ਅੰਗ ਨੇ। ਮੈਂ ਗੁਰੂ ਜੀ ਤੁਹਾਡੇ ਕੋਲ ਸਮਝਣ ਆਇਆ, ਕਿਰਪਾ ਕਰੋ ਮੈਨੂੰ ਸਮਝਾ ਦਿਓ। ਜਿੰਨਾ ਚਿਰ ਕੋਈ ਚੀਜ਼ ਸਮਝ ਨਾ ਲੱਗੇ, ਤੁਹਾਡੇ ਕੋਲ ਕੋਈ ਆ ਕੇ ਇੰਗਲਿਸ਼ ਬੋਲੇ, ਮੈਨੂੰ ਇੰਗਲਿਸ਼ ਨਾ ਆਉਂਦੀ ਹੋਵੇ ਤੇ ਭਾਵੇਂ ਸਾਰੀ ਦਿਹਾੜੀ ਬੋਲੀ ਜਾਏ, ਮੈਨੂੰ ਕਿਹੜਾ ਸਮਝ ਲੱਗਣੀ ਹੈ। ਜਿੰਨਾ ਚਿਰ ਤੱਕ ਅਸੀਂ ਸਮਝਦੇ ਨਹੀਂ, ਗੁਰੂ ਕੋਲ ਆ ਕੇ ਸਮਝਣ ਦੀ ਲੋੜ ਹੈ। ਮੇਰਾ ਦੇਹੀ ਦਾ ਕੀ ਕੰਮ ਹੈ, ਇਹ ਕਾਹਦੇ ਵਾਸਤੇ ਮੈਨੂੰ ਮਿਲੀ ਹੈ, ਮੈਂ ਇਹਦੇ ਨਾਲ ਜੀਵਨ ਸਫਲ ਕਿਵੇਂ ਕਰਾਂ, ਮੈਂ ਮਾਲਕ ਨੂੰ ਕਿਵੇਂ ਮਿਲ ਸਕਦਾ, ਪਰਮੇਸ਼ਰ ਦੇ ਮਿਲਾਪ ਦਾ ਸਾਧਨ ਕੀ ਹੈ ਮੇਰੇ ਕੋਲ। ਜਦੋਂ ਇਹ ਗੱਲਾਂ ਪਤਾ ਲੱਗਣਗੀਆਂ, ਮੈਂ ਆਪਣੇ ਜੀਵਨ ਵਿੱਚ ਸਮਝਾਂਗਾ। ਬੁਝਾ ਦੇ ਮਾਲਕ ਜੀ, ਮਾਧਵੇ ਐਸੀ ਦੇਹ ਬੁਝਾਈ, ਮੇਰੇ ਤੇ ਕਿਰਪਾ ਕਰ, ਮੈਨੂੰ ਇਹ ਸਮਝਾ ਦੇ। ਸੇਵੋਂ ਸਾਧ ਗਹੋਂ ਓਟ ਚਰਨਾ, ਮੈਨੂੰ ਇਹ ਸਮਝਾਓ। ਹੁਣ ਜਦੋਂ ਇਹੋ ਜਿਹੇ ਸ਼ਬਦ ਆਉਂਦੇ ਨੇ ਨਾ, ਸਾਧ, ਇੱਥੋਂ ਦੇਹਧਾਰੀ ਲੋਕ ਬੜਾ ਫਾਇਦਾ ਚੁੱਕਦੇ ਨੇ, ਬਹੁਤ ਫਾਇਦਾ ਚੁੱਕਦੇ ਨੇ। ਉਹ ਭੋਲੇ ਭਾਲੇ ਲੋਕਾਂ ਨੂੰ, ਵਿਚਾਰਿਆਂ ਨੂੰ ਆਪਣੇ ਮਗਰ ਲਾ ਲੈਂਦੇ ਨੇ। ਇੱਕ ਬੜੀ ਗੱਲ ਧਿਆਨ ਨਾਲ ਸੁਣਿਓ, ਫਿਰ ਮੈਂ ਇੱਥੋਂ ਗੱਲ ਸ਼ੁਰੂ ਕਰਾਂਗਾ। ਬਹੁਤ ਧਿਆਨ ਨਾਲ ਸੁਣਿਓ। ਇੱਕ ਹੁੰਦਾ ਨਾਮ, ਇੱਕ ਹੁੰਦਾ ਪੜਨਾਮ। ਮੈਂ ਕੱਲ ਵੀ ਅਰਜ਼ ਕੀਤੀ ਸੀ, ਨਾ ਸਮਝ ਲੱਗੇ ਕਿਸੇ ਗੱਲ ਦੀ, ਮੇਰੀ ਕਮਜ਼ੋਰੀ ਹੋਵੇ, ਤੁਸੀਂ ਹੱਥ ਖੜਾ ਕਰ ਦਿਓ, ਕੋਈ ਚੱਕਰ ਨਹੀਂ। ਇੱਕ ਹੁੰਦਾ ਨਾਮ, ਇੱਕ ਹੁੰਦਾ ਪੜਨਾਮ। ਪੜਨਾਮ ਕਦੇ ਵੀ ਇਕੱਲਾ ਨਹੀਂ ਆਉਂਦਾ, ਉਹ ਨਾਮ ਨਾਲ ਹੀ ਆਉਂਦਾ ਹੈ। ਜਿਵੇਂ ਮੈਂ ਉਦਾਹਰਨ ਦੇਵਾਂ, ਰਾਮ ਸਿੰਘ ਜੀ ਬਹੁਤ ਇਮਾਨਦਾਰ ਬੰਦੇ ਨੇ। ਰਾਮ ਸਿੰਘ ਜੀ ਰੋਜ਼ ਬਾਣੀ ਪੜ੍ਹਦੇ ਨੇ, ਇਹ ਨਾਮ ਹੈ। ਹੁਣ ਅੱਗੇ ਪੜਨਾਮ ਬਣਨ ਲੱਗਿਆ, ਦੇਖਿਓ ਜੇ। ਉਹ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਂਦੇ ਨੇ। ਹੁਣ ਉਹ ਸ਼ਬਦ ਕਾਹਦੇ ਲਈ ਆਇਆ? ਰਾਮ ਸਿੰਘ ਲਈ। ਜੇ ਮੈਂ ਕੱਲਾ ਕਹਿੰਦੇ ਆ ਵੀ ਉਹ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਂਦੇ ਨੇ, ਤੁਸੀਂ ਪੁੱਛੋਗੇ ਕੌਣ? ਕਿਉਂਕਿ ਨਾਮ ਨਹੀਂ ਆਇਆ ਤੇ ਪੜਨਾਮ ਦਾ ਅਰਥ ਕੋਈ ਨਹੀਂ ਰਹਿ ਜਾਂਦਾ। ਨਾਮ ਪਹਿਲਾਂ ਆਉਂਦਾ, ਪੜਨਾਮ ਬਾਅਦ ਵਿੱਚ ਆਉਂਦਾ। ਤਾਂ ਗੁਰੂ ਜੀ ਦਾ ਪਹਿਲਾ ਤੇ ਨਾਮ ਹੈ, ਗੁਰੂ ਨਾਮ ਹੈ। ਕਈ ਥਾਵਾਂ ਤੇ ਗੁਰੂ ਦੀ ਥਾਂ ਤੇ ਪੜਨਾਮ ਵਰਤਿਆ ਹੋਇਆ ਸਾਧ ਸ਼ਬਦ। ਜਿਵੇਂ ਉਹ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਂਦੇ ਨੇ, ਉਹ ਸ਼ਬਦ ਦਾ ਅਰਥ ਤੁਸੀਂ ਜਦੋਂ ਵੀ ਕਰੋਗੇ ਤਾਂ ਉੱਤੇ ਆਏ ਨਾਮ ਦਾ ਅਰਥ ਕਰੋਗੇ ਵੀ ਰਾਮ ਸਿੰਘ ਦੀ ਗੱਲ ਚੱਲਦੀ ਹੈ, ਕਿਉਂਕਿ ਪਹਿਲਾਂ ਉਹਦਾ ਨਾਂ ਆਇਆ। ਹੁਣ ਹੈਰਾਨੀ ਦੀ ਗੱਲ ਇਹ ਹੈ ਵੀ ਜਦੋਂ ਉੱਤੇ ਤਾਂ ਰਾਮ ਸਿੰਘ ਦਾ ਨਾਂ ਆਇਆ, ਥੱਲੇ ਉਹ ਦਾ ਅਰਥ ਅਸੀਂ ਆਪਣੀ ਮਰਜ਼ੀ ਦਾ ਕਰ ਲਈਏ, ਇਵੇਂ ਹੋ ਨਹੀਂ ਸਕਦਾ, ਪਰ ਅਸੀਂ ਕਰੀ ਜਾਂਦੇ ਹਾਂ। ਮੈਂ ਤਾਂ ਕਰਕੇ ਬੇਨਤੀ ਕੀਤੀ ਪਿਆਰ ਵਾਲਿਓ, ਗੁਰਬਾਣੀ ਬੜੀ ਸੌਖੀ ਹੈ ਪਰ ਅਸੀਂ ਔਖੀ ਬਣਾ ਦਿੱਤੀ। ਸੇਵੋਂ ਸਾਧ, ਸਾਧ ਦਾ ਮਤਲਬ ਹੈ ਗੁਰੂ।
ਸੇਵੋਂ ਸਾਧ, ਇਹ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨੇ ਕੀਤੇ ਨੇ, ਗੁਰੂ ਮੈਂ ਨਹੀਂ ਕੀਤੇ। ਸੇਵੋਂ ਸਾਧ, ਮੈਂ ਆਪਣੇ ਗੁਰੂ ਦੀ ਸੇਵਾ ਕਰਾਂ। ਮੈਨੂੰ ਇਹ ਸਮਝਾ, ਮੈਂ ਆਪਣੇ ਗੁਰੂ ਦੀ ਸੇਵਾ ਕਰਾਂ। ਹੁਣ ਤੁਸੀਂ ਕਹੋਗੇ ਸਮਝਣ ਵਾਲੀ ਕਿਹੜੀ ਗੱਲ ਹੈ? ਗੁਰੂ ਦੀ ਸੇਵਾ ਸਮਝਣ ਵਾਲੀ ਕਿਹੜੀ ਗੱਲ ਹੈ? ਨਹੀਂ, ਬੜੀ ਵੱਡੀ ਗੱਲ ਹੈ ਸਮਝਣ ਵਾਲੀ। ਮੈਨੂੰ ਉਹਦਾ ਪਤਾ ਨਹੀਂ ਲੱਗਣਾ। ਗੁਰੂ ਜੀ ਦੇ ਕੋਲ ਆਵਾਂਗੇ, ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਹੁਣ ਕਿੰਨੀ ਵਾਰੀ ਬੇਨਤੀ ਕਰੀਦੀ ਹੈ ਵੀ ਭਾਈ ਜਿਨ੍ਹਾਂ ਦੇ ਘਰ ਵੀ ਕੋਈ ਪ੍ਰੋਗਰਾਮ ਹੁੰਦਾ ਨਾ, ਉਹ ਰੁਮਾਲਾ ਭੇਟ ਨਾ ਕਰਿਆ ਕਰੋ। ਉਹਦੀ ਥਾਂ ਤੇ ਕੋਈ ਕਿਸੇ ਜਗ੍ਹਾ ਤੇ ਗੁਰਦੁਆਰਾ ਸਾਹਿਬ ਤੋਂ ਰੁਮਾਲਾ ਲੈ ਕੇ ਉਹਦੀ ਭੇਟਾ ਦੇ ਦਿਓ, ਜਾਂ ਉਹ ਭੇਟਾ ਦੀ ਥਾਂ ਤੇ ਕਿਸੇ ਗਰੀਬ ਨੂੰ ਕੱਪੜੇ ਸਵਾ ਦਿਓ। ਉਹ ਤੁਹਾਡਾ ਅਸਲ ਰੁਮਾਲਾ ਲੱਗ ਜਾਣਾ। ਹੁਣ ਹੁੰਦਾ ਕੀ ਆ ਵੀ ਗੁਰਦੁਆਰਿਆਂ 'ਚ ਮੇਰੀਆਂ ਅੱਖਾਂ ਦੇ ਸਾਹਮਣੇ ਕਰੋੜਾਂ, ਮੈਂ ਨਾ ਕਵਾਂ ਅਰਬਾਂ ਖਰਬਾਂ ਰੁਪਈਏ ਦੇ ਰੁਮਾਲੇ ਜਿਹੜੇ ਨੇ ਨਾ, ਉਹ ਅਗਨ ਭੇਟ ਕੀਤੇ ਜਾਂਦੇ ਨੇ। ਗੁਰੂ ਖੁਸ਼ ਹੋਵੇਗਾ। ਇੱਕ ਪਾਸੇ ਮੇਰਾ ਪੁੱਤ ਭੁੱਖਾ ਮਰ ਰਿਹਾ, ਖੁਦਕਸ਼ੀਆਂ ਕਰ ਰਿਹਾ, ਤੇ ਦੂਜੇ ਪਾਸੇ ਤੂੰ ਰੁਮਾਲੇ ਚੱਕ ਚੱਕ ਕੇ ਚੜਾਈ ਜਾਂਦਾ ਤੇ ਉਹ ਮੈਨੂੰ ਸਾੜਨੇ ਪੈਂਦੇ ਨੇ। ਕੀ ਗੁਰੂ ਖੁਸ਼ ਹੋਵੇਗਾ? ਹੁਣ ਜੇ ਅਸੀਂ ਪੁੱਛੀਏ ਭਈ ਮੈਂ ਤਾਂ ਜੀ ਘਰ ਪ੍ਰੋਗਰਾਮ ਕਰਵਾਇਆ ਤੇ ਲੋਕ ਕੀ ਕਹਿਣਗੇ ਵੀ ਰੁਮਾਲਾ ਵੀ ਨਹੀਂ ਦਿੱਤਾ। ਹੁਣ ਮੈਂ ਲੱਗਿਆ ਹੋਇਆ ਇਸ ਗੱਲ ਦੇ ਪਿੱਛੇ ਵੀ ਲੋਕ ਕੀ ਕਹਿਣਗੇ। ਜੇ ਮੈਂ ਗੁਰੂ ਕੋਲ ਆ ਗਿਆ, ਸਤਿਗੁਰੂ ਜੀ ਮੈਨੂੰ ਸਮਝਾਓ, ਤਾਂ ਗੁਰੂ ਪੁੱਛੇਗਾ ਵੀ ਤੂੰ ਇਹ ਕਿਹਾ ਕਰ, ਮੈਨੂੰ ਗੁਰੂ ਕੀ ਕਹੇਗਾ, ਲੋਕ ਕੀ ਕਹਿੰਦੇ, ਗੱਲ ਨੂੰ ਛੱਡ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਜੇ ਗੁਰੂ ਕੋਲ ਆਵੋਗੇ, ਗੁਰੂ ਤੇ ਦੱਸੇਗਾ, ਮਾਲਕ ਜੀ ਮੈਂ ਸੇਵਾ ਕਰਨ ਆਇਆ। ਕੀ ਸੇਵਾ ਕਰੇਗਾ? ਮੈਂ ਤੇਰੇ ਘਰ ਦੀਆਂ ਕੰਧਾਂ ਨੂੰ ਸੋਨਾ ਲਾਵਾਂਗਾ। ਲੱਗ ਰਿਹਾ ਨਾ ਕਿੰਨਾ ਸੋਨਾ। ਗੁਰੂ ਕਹਿਣ ਲੱਗਿਆ, ਉਹ ਭਲਿਆ ਕੰਧਾਂ ਨੂੰ ਸੋਨਾ ਨਾ ਲਾ। ਜੇ ਤੂੰ ਸੋਨਾ ਦੇਣਾ ਹੀ ਹੈ ਨਾ, ਤਾਂ ਕਿਸੇ ਗਰੀਬ ਦੇ ਘਰ ਪਰਿਵਾਰ ਵਿੱਚ ਦੇ, ਸੋਨਾ ਉਹਦੇ ਕੰਮ ਆ ਜਾਏ। ਯਾਦ ਰੱਖ, ਜਦੋਂ ਮੈਂ ਗੁਰਦੁਆਰੇ ਬਣਾਏ ਸੀ, ਉਦੋਂ ਮੈਂ ਲੋਹਗੜ੍ਹ ਬਣਾਏ ਸੀ। ਪਤਾ ਨਹੀਂ ਤੂੰ ਸੋਨਗੜ੍ਹ ਕਦੋਂ ਦੇ ਬਣਾਉਣ ਲੱਗ ਪਿਆ। ਹੁਣ ਇੱਥੇ ਗੁਰੂ ਦੱਸੇਗਾ ਨਾ। ਗੁਰੂ ਕੋਲ ਆਇਆ ਜੀ ਮੈਂ ਸੇਵਾ ਕਰਨੀ, ਕਹਿਣ ਲੱਗੇ ਕੀ ਸੇਵਾ ਕਰਨੀ? ਕਹਿਣ ਲੱਗਿਆ ਸਾਰਾ ਗੁਰਦੁਆਰਾ ਢਾਹ ਕੇ ਨਵਾਂ ਬਣਾਉਣਾ ਹੈ। ਗੁਰੂ ਪੁੱਛਣ ਲੱਗਿਆ, ਉਹ ਇਹਦੇ 'ਚ ਮੇਰੇ ਪੁੱਤਾਂ ਦੀਆਂ, ਇਹਦੇ 'ਚ ਮੇਰੇ ਪੁੱਤਾਂ ਦੇ ਉਹ ਜਿਹੜਾ ਲਹੂ ਡੁੱਲ ਕੇ ਇੱਟਾਂ ਬਣੀਆਂ ਹੋਈਆਂ ਨੇ ਨਾ, ਉਹਨੂੰ ਨਾ ਬਰਬਾਦ ਕਰੀ। ਵੇਖੀ ਕਿਤੇ ਠੰਡਾ ਬੁਰਜ ਨਾ ਢਾਈ ਪੁੱਤ ਵੇ, ਤੈਨੂੰ ਦੁਬਾਰੇ ਠੰਡਾ ਬੁਰਜ ਨਹੀਂ ਮਿਲਣਾ। ਉਹ ਇੱਥੇ ਮਾਂ ਗੁਜਰੀ ਦੀਆਂ ਹੱਡੀਆਂ, ਇੱਥੇ ਸਾਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ। ਉਹ ਕਿਤੇ ਪਾਪ ਨਾ ਕਰ ਬੈਠੀ ਹੋ ਭਲਿਆ। ਪਰ ਅਸੀਂ ਕਵਾਂਗੇ ਤੂੰ ਜੋ ਮਰਜ਼ੀ ਕਹਿੰਦਾ ਰਹਿ, ਮੈਂ ਤੁਹਾਨੂੰ ਗੁਰਦੁਆਰਾ ਨਵਾਂ ਬਣਾਉਣਾ। ਗੁਰੂ ਕੋਲ ਆਵੋਗੇ, ਗੁਰੂ ਦੱਸੇਗਾ ਸੇਵਾ ਕਿਵੇਂ ਕਰਨੀ ਹੈ। ਸਾਨੂੰ ਸੇਵਾ ਕਰਨ ਦਾ ਨਹੀਂ ਪਤਾ। ਗੁਰਦੁਆਰਾ ਸਾਹਿਬ ਬਣਾਓ, ਜਮ ਜਮ ਬਣਾਓ, ਜ਼ਰੂਰ ਬਣਾਓ। ਜਿਹੜੀਆਂ ਯਾਦਗਾਰਾਂ ਨੇ ਉਹਨਾਂ ਨੂੰ ਸੰਭਾਲ ਲਓ, ਉਹਨਾਂ ਦੇ ਸਾਹਮਣੇ ਗੁਰਦੁਆਰਾ ਸਾਹਿਬ ਬਣਾ ਲਓ। ਉਹਨੂੰ ਢਾਵੋ ਨਾ, ਉਹਨਾਂ ਨੂੰ ਰੱਖ ਲਵੋ। ਮੈਂ ਚੱਲਿਆ ਜੀ ਸੇਵਾ ਕਰਨ ਵਾਸਤੇ। ਕੀ ਸੇਵਾ ਕਰੇਗਾ? ਸਤਿਗੁਰੂ ਮੈਂ ਲੰਗਰ ਲਾਉਣਾ। ਉਹ ਲੰਗਰ ਤਾਂ ਪਹਿਲਾਂ ਹੀ ਉੱਥੇ ਲੱਗਿਆ ਹੋਇਆ। ਕੋਈ ਗੱਲ ਨਹੀਂ ਸਤਿਗੁਰੂ, ਅਸੀਂ ਉਦੋਂ ਵੱਡਾ ਲਾ ਦਿਆਂਗੇ। ਉਹਨਾਂ 3 ਸਬਜ਼ੀਆਂ ਬਣਾਈਆਂ ਨੇ, ਅਸੀਂ 5 ਬਣਾਵਾਂਗੇ, ਦੇਖੋ ਲੋਕ ਆਉਂਦੇ। ਗੁਰੂ ਨੇ ਆਖਿਆ ਸੀ ਪੁੱਤ ਵੇ ਤੂੰ ਉੱਥੇ ਲੰਗਰ ਲਾਉਣਾ ਹੈ, ਕਦੇ ਲੰਗਰ ਬਣਾ ਕੇ PGI ਲੈ ਜਾ। ਉੱਥੇ ਤੜਫਦੇ ਨੇ ਲੋਕ, ਮਰਦੇ ਨੇ ਭੁੱਖੇ ਉੱਥੇ। ਅਸੀਂ ਉੱਥੇ ਨਹੀਂ ਲੈ ਕੇ ਗਏ। ਤੁਸੀਂ ਇੱਕ ਕੰਮ ਕਰ ਲਿਆ ਕਰੋ, ਜਿਹੜੇ 10-10 ਲੰਗਰ ਲਾਉਂਦੇ ਨੇ ਨਾ, ਉਹਨਾਂ ਕੋਲ ਜਾ ਕੇ ਉਗਰਾਹੀ ਕਰ ਲਿਆ ਕਰੋ ਵੀ ਮੈਨੂੰ 1 ਕਿਲੋ ਦਾਲ ਦੇ ਦਿਓ। ਮੈਂ ਘਰ ਨਹੀਂ ਲਿਜਾਣੀ, ਮੈਨੂੰ ਕਿਲੋ ਦਾਲ ਦੇ ਦਿਓ। ਐਡਾ ਵੱਡਾ ਲੰਗਰ ਲਾਉਣ ਲੱਗੇ ਹੋ, ਕਿਲੋ ਦਾਲ ਦੇ ਦਿਓ, ਮੈਂ ਮੰਗਤਾ ਹੈ। ਦੂਜੇ ਲੰਗਰ ਕੋਲ ਚਲੇ ਜਾਇਓ, ਮੈਨੂੰ 1 ਬੋਰੀ ਆਟੇ ਦੀ ਦੇ ਦਿਓ। ਉਹ ਲੰਗਰਾਂ ਚੋਂ ਹੀ ਉਗਰਾਹੀ ਕਰਕੇ 5-7 ਬੋਰੀਆਂ ਤੇ 10-20 ਕਿਲੋ ਦਾਲ ਬਣਾ ਕੇ ਨਾ
ਜਿਹੜੇ ਗਰੀਬਾਂ ਦੀਆਂ ਬਸਤੀਆਂ ਵਿੱਚ ਕੋਈ ਨਹੀਂ ਜਾਂਦਾ ਨਾ, ਤੁਸੀਂ ਉੱਥੇ ਲੰਗਰ ਲਾਇਓ। ਉਹ ਪੁੱਛਣਗੇ ਇੱਥੇ ਕਿਉਂ ਲੰਗਰ ਲਾਉਣ ਲੱਗੇ ਹੋ? ਉਦੋਂ ਦੱਸਿਓ ਅੱਜ ਮੇਰੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ। ਗੁਰੂ ਨਾਨਕ ਸਾਹਿਬ ਕੁੱਟ-ਕੁੱਟ ਗਲਵੱਕੜੀਆਂ ਪਾਉਣਗੇ। ਮੈਂ ਤਾਂ ਇਹਨਾਂ ਕੋਲ ਬੈਠਾ ਸੀ, ਪਤਾ ਨਹੀਂ ਤੂੰ ਰਾਹੀਆਂ ਨੂੰ ਕਿਹੜਿਆਂ ਨੂੰ ਪ੍ਰਸ਼ਾਦਾ ਛਕਾਈ ਜਾਣਾ। ਮੈਂ ਤੇ ਤੈਨੂੰ ਕਿੰਨੀ ਵਾਰੀ ਆਖਿਆ ਸੀ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਗੁਰੂ ਕੋਲ ਆ, ਗੁਰੂ ਨੂੰ ਪੁੱਛ ਮੈਨੂੰ ਪੁਝਾ ਮੈਂ ਸੇਵਾ ਕਿਵੇਂ ਕਰਾਂ। ਗੁਰੂ ਕੋਲ ਆ, ਗੁਰੂ ਨੂੰ ਪੁੱਛ ਮੈਂ ਸਿਮਰਨ ਕਿਵੇਂ ਕਰਾਂ। ਹੁਣ ਤੇ ਕੋਈ ਕਹੀ ਜਾਂਦਾ ਨਾ ਵੀ ਲੱਕ ਸਿੱਧਾ ਕਰਕੇ ਬੈਠੋ। ਉਹ ਭਲਿਆ ਕਿਸੇ ਨੂੰ ਲੱਕ ਦੀ ਬਿਮਾਰੀ ਹੋਵੇ, ਮੁਸ਼ਕਿਲ ਹੋਵੇ, ਤੇ ਉਹ ਗੁਰਦੁਆਰਾ ਹੀ ਨਾ ਆਵੇ, ਉਹ ਰੱਬ ਦਾ ਨਾਮ ਹੀ ਨਾ ਲਵੇ। ਗੁਰੂ ਕਹਿਣ ਲੱਗੇ ਊਠਤ ਬੈਠਤ ਸ਼ੋਭਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਅਸੀਂ ਇਸੇ ਗੱਲ ਤੇ ਲੱਗੇ ਹੋਏ। ਗੁਰੂ ਨੂੰ ਪੁੱਛ ਮੈਂ ਨਾਮ ਕਿਵੇਂ ਜਪਾਂ। ਇਹ ਕਹਿਣ ਲੱਗਿਆ ਮੈਂ ਤੇ ਨਾਮ ਜਪਣਾ ਬਈ ਸੱਜਾ ਗੋਡਾ ਉੱਤੇ ਰੱਖਣਾ ਹੈ, ਖੱਬਾ ਥੱਲੇ ਰੱਖਣਾ ਹੈ, ਫਿਰ ਮੈਂ ਸਾਹ ਏਡੇ ਏਡੇ ਔਖੇ ਲੈਣਾ, ਇਹ ਕਿਤੇ ਗਲਤੀ ਨਾ ਹੋ ਜਾਏ, ਵਾਹ ਇਵੇਂ ਕਹਿਣਾ, ਗੂ ਇਵੇਂ ਕਹਿਣਾ। ਅਕੜੇ ਅਸੀਂ ਗੱਲਾਂ ਕੀਤੀਆਂ ਹੋਈਆਂ, ਪੱਗਾਂ ਦਾ ਦੰਨੇ ਆ ਸਿਮਰਨ ਦੇ ਨਾਂ ਤੇ। ਦਸਾਂ ਪਾਤਸ਼ਾਹੀਆਂ ਚੋਂ ਦੇਖਿਆ ਸੀ ਕਿਸੇ ਦੀ ਦਸਤਾਰ ਲੱਥੀ ਹੋਈ? ਫਿਰ ਤੁਸੀਂ ਕਿਹੜਾ ਸਿਮਰਨ ਕਰਦੇ ਸੀ? ਮੈਂ ਸਿਮਰਨ ਕਰਾਂ, ਮੇਰੀਆਂ ਤਾਂ ਪੱਗਾਂ ਲੱਥ ਜਾਂਦੀਆਂ ਨੇ। ਗੁਰੂ ਕਹਿਣ ਲੱਗੇ ਪੁੱਤ ਤੂੰ ਮੱਤ ਹੀ ਨਹੀਂ ਲਈ, ਤਾਂ ਕਰਕੇ ਤੇਰੀਆਂ ਪੱਗਾਂ ਲੱਥਦੀਆਂ ਨੇ। ਤੂੰ ਮੱਤ ਲਈ ਹੁੰਦੀ, ਤੈਨੂੰ ਪਤਾ ਹੁੰਦਾ ਨਾ ਵੀ ਸਿਮਰਨ ਕਿਵੇਂ ਕਰਨਾ, ਕਿਵੇਂ ਕਰਨਾ। ਆਨੀ ਲੈ ਕਾਗਦ ਕਾਟੀ ਲੈ ਗੁੱਡੀ ਆਕਾਸ਼ ਮਦੀਏ ਭਰਮੀਆਂ ਲੈ, ਪੰਚ ਜਨਾ ਸਿਓ ਬਾਤ ਬਤਾਊਗਾ ਚੀਤ ਸੋ ਡੋਰੀ ਰਾਖੀ ਲੈ। ਮਨ ਰਾਮ ਨਾਮਾ ਭੇਦੀ ਲੈ, ਜੈਸੇ ਕਨਕ ਕਲਾ ਚਟਮਾਂਡੀ ਲੈ। ਆਨੀ ले कुंभ भराई ले उदक राज कुआर पुरंदरिये, हस्त विनोद विचार करती है चीज सुगागर राखी ले। जिमें एक बच्चा पतंग उड़ाउंदा है, ਉਹ ਡੋਰੀ ਵਿੱਚ ਧਿਆਨ ਰੱਖਦਾ ਹੈ, ਉਵੇਂ ਤੂੰ ਰੱਬ ਦੀ ਬੰਦਗੀ ਕਰਨੀ ਸੀ, ਉਹਨੂੰ ਯਾਦ ਰੱਖਣਾ ਸੀ। ਨਾਮਾ ਮਾਇਆ ਮੋਹਿਆ ਕਹਿ ਤਰੋਚਨ ਮੀਤ, ਕਾਹੇ ਛੀਪਾ ਛਾਇਲੋ ਰਾਮ ਨਾ ਲਾਭੋ ਚੀਤ। ਨਾਮਾ ਕਹਿ ਤਰੋਚਨਾ ਮੁਕਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ। ਨਿਰੰਜਨ ਨਾਲ ਆ ਸਿਮਰਨ ਕਰਨਾ ਸੀ। ਅਸੀਂ ਕਹਿੰਦੇ ਭੋਰੇ 'ਚ ਬੈਠ ਕੇ ਜੀ ਬਾਬਾ ਜੀ, ਤੇ ਉੱਥੇ ਬੈਠ ਕੇ ਸਿਮਰਨ ਕਰਦੇ, ਬਾਹਰ ਤੇ ਬਿਰਤੀ ਨਹੀਂ ਲੱਗਦੀ। ਕੀ ਗੱਲਾਂ ਸੀ ਅਸੀਂ ਸਮਝਿਆ ਕਦੇ ਗੁਰੂ ਕੋਲ ਆ ਕੇ? ਮੈਂ ਜੇ ਤੇਰੇ ਕੋਲ ਸਮਝਣ ਆਇਆ ਦਾਤਿਆ, ਮੈਨੂੰ ਸਮਝਾ, ਮੈਨੂੰ ਸਮਝਾ। ਸੇਵੋਂ ਸਾਧ ਸਤਿਗੁਰ ਜੀ ਮੈਂ ਤੇਰੀ ਸੇਵਾ ਕਰਾਂ, ਮੈਨੂੰ ਪਤਾ ਲੱਗੇ, ਸੂਝ ਬੂਝ ਆਵੇ। ਗਹੋਂ ਓਟ ਚਰਨਾ, ਗਹੋਂ ਦਾ ਮਤਲਬ ਪਕੜਨਾ, ਓਟ ਦਾ ਮਤਲਬ ਆਸਰਾ, ਚਰਨਾ ਦਾ ਮਤਲਬ ਗੁਰੂ ਦਾ ਉਪਦੇਸ਼। ਗੁਰੂ ਦੇ ਚਰਨ ਨਹੀਂ ਹੈ। ਜੇ ਤੁਸੀਂ ਕਹਿ ਵੀ ਲਵੋ, ਲੋਕਾਂ ਨੇ ਇਸ ਭਰਮ ਦੇ ਵਿੱਚ ਵੀ ਪਾਇਆ ਹੋਇਆ ਗੁਰੂ ਨਾਨਕ ਸਾਹਿਬ ਦੇ ਚਰਨ ਹੋ ਸਕਦੇ ਨੇ ਕਿਉਂਕਿ ਉਦੋਂ ਦੇਹੀ ਰੂਪ 'ਚ ਸਨ। ਗੁਰੂ ਅੰਗਦ ਸਾਹਿਬ ਦੇ ਚਰਨ ਹੋ ਸਕਦੇ ਨੇ, ਉਦੋਂ ਦੇਹੀ ਰੂਪ 'ਚ ਸਨ। ਗੁਰੂ ਅਮਰਦਾਸ ਜੀ ਦੇ, ਗੁਰੂ 10ਵੇਂ ਪਾਤਸ਼ਾਹ ਤੱਕ ਦੇ, ਤੇ 10ਵੇਂ ਪਾਤਸ਼ਾਹ ਨੇ ਗੁਰਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਹੁਣ ਇਹਦੇ ਕਿਹੜੇ ਚਰਨ ਪਕੜੋਗੇ? ਇਹਦੇ ਚਰਨ ਕਿਹੜੇ ਨੇ? ਅਸਲ ਵਿੱਚ ਚਰਨਾਂ ਦਾ ਅਰਥ ਹੀ ਇਹ ਸੀ, ਉਪਦੇਸ਼। ਅਸੀਂ ਲੋਕਾਂ ਨੇ ਉਹ ਅਰਥ ਕੀਤਾ ਨਹੀਂ, ਕਿਉਂਕਿ ਜੇ ਕਰਨ ਲੱਗੇ ਤੁਸੀਂ ਫਿਰ ਪੈਰਾਂ ਨੂੰ ਥੋੜ੍ਹਾ ਧੋਣਾ। ਸਤਿਗੁਰ ਜੀ ਨੇ ਕਿਰਪਾ ਕੀਤੀ, ਸੇਵੋਂ ਸਾਧ ਗਹੋਂ ਓਟ ਚਰਨਾ। ਮੈਂ ਮਾਲਕ ਜੀ ਤੇਰੀ ਓਟ, ਤੇਰਾ ਆਸਰਾ, ਤੇਰੇ ਉਪਦੇਸ਼ ਨੂੰ ਸਹਾਰਾ ਬਣਾ ਕੇ ਜਿਉਣਾ ਚਾਹੁੰਦਾ ਹੈ। ਜਿਨ੍ਹਾਂ ਦੀ ਓਟ ਮਨਾ ਤੂੰ ਲੈਣਾ ਨਾ, ਉਹ ਸਾਰੇ ਕੱਚੇ ਨੇ। ਬਹੁਤ ਵਾਰੀ ਤੇਰੇ ਕੰਨਾਂ 'ਚ ਬੋਲ ਗੁਰੂ ਜੀ ਪਾਉਂਦੇ ਨੇ, ਮੂਰਖ ਮਨਾ ਧਰ ਜੀਆ ਰੇ ਇੱਕ ਟੇਕ ਤੂੰ, ਲਾਹੇ ਬਿਡਾਨੀ ਆਸ। ਨਾਨਕ ਨਾਮ ਧਿਆਏ ਕਾਰਜ ਆਵੇ ਰਾਸ। ਮੇਰਾ ਖਿਆਲ ਹੈ ਮੈਂ ਸਿੱਧੇ ਸ਼ਬਦਾਂ 'ਚ ਕਹਿ ਦਿਆਂ, ਤੁਹਾਨੂੰ ਬੁਰਾ ਤਾਂ ਬਹੁਤ ਲੱਗਣਾ, ਇਹ ਤਾਂ ਸਪਸ਼ਟ ਹੈ।
देखो मैं हथ जोड़ बेनती करा, ये ना सोचो भी अजे असी किसी साध दे मगर नहीं जाते, हाले मार्केट च है ही कोई नहीं, ता नहीं जाते तुसी, हजे मार्केट च है नहीं कोई, जेड़े है सन उन्हां दे परदे उखड़ गए। उन्हें तो गुरु ने समझा दिता ना भी जिन्हों तू समझना है गुरु गोबिंद सिंह का चोला पाई बेटा है नहीं है, ये चोले के काबिल नहीं है। सिखा ने कई ने कोशिश भी की भी ना चोला लवा दईए, नहीं उत्थे तक हथ पहुंचिया, सरकारी बंदे विच पै गए। फिर गुरु ने करामात बरता दी, कहन लगे पुत तेरे कोलों चोला नहीं उतरता, मैं उतार दियांगा, ते जेड़े चोले दे हकदार है मैं वो पवा दियांगा। गुरु ने गुरु वाला चोला तुरवा दिता ते 1997 कैदी का चोला पवा दिता, तुहाडे सामने है। ते याद रखियो हजे कोई मार्केट च है नहीं, नहीं तो अपना तो जिहड़ा साल है ना वो एक नलके की गल पिछे चली सी भी इस नलके का पानी पीओ, नलके दे लैन लग गई, वो 4 दिनों की गल सी, पता लग गया भी इत्थे कुछ भी नहीं बनना, तो सारे फिर हुण उह नलके नूं पता भी नहीं बेचारे नूं कि कित्थे सी कित्थे नहीं। एक बाबा कई दिनों की बेही खीर करोड़ों रुपये की बेच गया, खीर बेच गया करोड़ों रुपए की, जी आ खीर खाओ तो तुहाडे सारे दुख हो जाएंगे। ਉਹ ਭਲਿਆ जे खीर नाल दुख दूर ਹੁੰਦੇ ਤੇ पीजीआई ਦੇ ਕਿਸੇ ਡਾਕਟਰ ਨੂੰ ਪੁੱਛ ਕੇ ਦੇਖੀ ਵੀ ਤੁਸੀਂ ਕਦੇ ਕਿਸੇ ਨੂੰ ਖੀਰ ਦਿੱਤੀ ਹੈ। ਗੁਰਬਾਣੀ ਇਹੋ ਜਿਹੀਆਂ ਗੱਲਾਂ ਨਹੀਂ ਕਦੇ ਕਰਦੀ, ਤਾਂ ਹੀ ਅਸੀਂ ਗੁਰਬਾਣੀ ਕੋਲ ਨਹੀਂ ਆਉਂਦੇ। ਇਹਨਾਂ ਚੀਜ਼ਾਂ ਦੇ ਮਕਸਦ ਕੁਝ ਹੋਰ ਸਨ ਪਰ ਅਸੀਂ ਬਣਾ ਲਏ ਹੋਰ। ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਤੂੰ ਗੁਰੂ ਕੋਲ ਆ, गुरु तेनू दसेगा भी ओट तकड़ी है ते किहदी तक, शब्द दी तक। एक पल में रोकन लगा, साडे मनां च एक भरम जिहा रह जाना भई शब्द नाल ओट तक के मैं जपजी साहिब दी मान लो ओट तक लेना ते मेरा बनेगा की। बाबे दी ओट तक्का तो मेरी गल च हार पा दिंदा, क्योंकि मैं एक उदाहरण फिर देन लगा, मैनूं पता है मैं इन्हां दे विच रहना। वो किमें लोगों को पुट लेंदे ने, जिवें मान लो किसी ने बाहर तो आना, उन्हें फोन किया बाबा जी मैं आ रहा, वो कहते भाई किसी को सदना नहीं है, गड्डी डेरे तो आएगी तुहानूं लैण वास्ते। उन्हें गड्डी पंजाब तो डेरे तो करके भेज दी, 10,000 रुपया गड्डी ले लेगी, और किन्ना क लैण लगी। ते नाल 5-7 बंदे भेजे भी जदों आउण ते उन्हां दे गलां च हार पा दिओ। वो आए तो गलां च हार पाते, 10,000 रुपये 15,000 रुपया खर्चा आ गया, हो गया 20 आ गया होएगा। वो सीधे डेरे गए तो 5 लाख रुपया दे के चले गए, बाबा जी सेवा च पा लियो। 20,000 खर्च के 5 लाख मिलता तो की औखा है, की औखा है। सानू इवें भुलेखा लगता है, सानू इवें लगना है भी गुरबाणी जे शब्द पकड़ के सानू की असर होंदा है, की फर्क पैंदा है। मैं दसना चाहना भी ये होट लैके फर्क की पेगा। जदों गुरबाणी नूं पढ़ीए तो गुरबाणी दसदी है भी जिहड़े दुनिया बनी है ना, ये शब्द विचों बनी है। सारी दुनिया जिहड़ी बनी है ना शब्द विचों बनी है। जिहड़े मेरे बच्चे पढ़े लिखे ने, धीआं बच्चियां पढ़ियां लिखियां ने, उन्होंने पता है भी साइंस भी ये गल मनदी है भी दुनिया जिहड़ी है ना वो किसी शब्द विचों बनी है। उन्होंने बिग बैंग कहंदे ने। एक खड़ाक होया, दुनिया चल पई। गुरबाणी के बचन ने साचे ते पवना पिया, पवने ते जल होए, जल ते तेरे पवन साजिया, कट कट जो समोए। मैं इस विषय में बहुता नहीं दूर तक लेके जाना। शब्द विचों दुनिया पैदा हुई, उत्पत परलो शब्दे होवे, शब्दे की फिर ओपत होवे। शब्द विचों दुनिया बनी है, शब्द भी दुनिया समा जाएगी। तो साडी दुनिया भी तो शब्द नाल ही चलदी है। रोज दिहाड़े की करदे हो, शब्द ही तो ने। सवेर तो वक्त पै जाता, सानू वास्ता पै जाता शब्द नाल। सवेरे उठते हो सब तो पहला की बोलते हो, शब्द ही तो बोलते हो। शब्द नाल संबंध जुड़ता है। जदों किसी नाल संबंध तोड़ना होवे ते की करने, असीं शब्द बंद कर लेने, मैं उहदे नाल नहीं बोलदा, शब्द बंद हो गए, संबंध टुट गया। जदों किसी नाल सांझ पाउणी होवे ते की करने, शब्दां दी सांझ पै जांदी है।
ਤੁਹਾਡੇ ਬਿਲਕੁਲ ਕੰਧ ਦੇ ਕੰਧ ਨਾਲ ਕੋਈ ਰਹਿ ਰਿਹਾ ਹੋਵੇ, ਤੁਹਾਨੂੰ ਪੁੱਛੀਏ ਵੀ ਇਹਦੇ ਬੰਦੇ ਨਾਲ ਮੈਨੂੰ ਕੋਈ ਕੰਮ ਹੈ, ਤੁਹਾਡਾ ਗੁਆਂਢੀ ਮੇਰਾ ਕੰਮ ਕਰਵਾ ਦਿਓ, ਤੁਸੀਂ ਆਖਦੇ ਮੇਰੀ ਕੋਈ ਨੇੜਤਾ ਨਹੀਂ ਹੈ। ਇੱਕ ਬੰਦਾ ਕੈਨੇਡਾ ਅਮਰੀਕਾ 'ਚ ਬੈਠਾ, ਕਿੱਡੀ ਦੂਰ ਬੈਠਾ ਹੈ, ਤੇ ਪੁੱਛਿਆ ਵੀ ਉਸ ਬੰਦੇ ਤੱਕ ਮੈਨੂੰ ਕੋਈ ਕੰਮ ਹੈ, ਕਹਿੰਦੇ ਕੋਈ ਗੱਲ ਨਹੀਂ, ਮੈਨੂੰ ਦੱਸਿਓ, ਮੇਰੀ ਬੜੀ ਨੇੜਤਾ ਉਹਦੇ ਨਾਲ। ਤੇ ਹੈਰਾਨੀ ਦੀ ਗੱਲ ਹੈ, ਜਿਹੜਾ ਕੰਧ ਨਾਲ ਕੰਧ ਹੈ ਉਹਦੇ ਨਾਲ ਨੇੜਤਾ ਕੋਈ ਨਹੀਂ, ਜਿਹੜਾ ਹਜ਼ਾਰਾਂ ਕਿਲੋਮੀਟਰ ਤੇ ਬੈਠਾ ਉਹਦੇ ਨਾਲ ਨੇੜਤਾ ਹੈ। ਕਾਰਨ ਕੀ? ਇਹਦੇ ਨਾਲ ਬੋਲਚਾਲ ਨਹੀਂ, ਉਹਦੇ ਨਾਲ ਮੇਰੀ ਬੋਲਚਾਲ ਹੈ। ਸ਼ਬਦ ਹੀ ਨੇ ਨਾ। ਬੱਚੇ ਨੂੰ ਭੇਜਦੇ ਹੋ, ਕੀ ਕਰਨ ਭੇਜਦੇ ਹੋ? 22-25 ਸਾਲ ਉਹਦੇ ਜੀਵਨ ਦੇ ਸਿਰਫ ਸ਼ਬਦ ਤੇ ਹੀ ਲਾਈ ਜਾਂਦੇ ਹੋ। ਬੇਟੇ ਹੋਰ ਪੜ੍ਹ ਲੈ, ਬੇਟੇ ਹੋਰ ਪੜ੍ਹ ਲੈ, ਬੇਟੇ ਹੋਰ ਪੜ੍ਹ ਲੈ। ਇੰਨੀਆਂ ਫੀਸਾਂ ਦਿੰਦੇ ਹੋ, ਕੰਮ ਕਾਰ ਛਡਾਉਂਦੇ ਹੋ। ਬੱਚਾ ਕਹਿ ਦੇ ਵੀ ਮੈਂ ਪੜ੍ਹਨਾ ਚਾਹੁੰਦਾ, ਤੁਸੀਂ ਸਾਰੇ ਕੰਮ ਛੱਡ ਦਿੰਦੇ ਹੋ, ਮੈਂ ਕਰ ਲਾਂਗਾ, ਤੂੰ ਪੜ੍ਹ। ਭਲਾ ਕਿਉਂ? ਸਾਨੂੰ ਸਭ ਨੂੰ ਪਤਾ ਵੀ ਜੇ ਇਹਦੇ ਕੋਲ ਸ਼ਬਦ ਨਾ ਹੋਏ, ਇਹ ਪੜ੍ਹਿਆ ਨਾ ਤੇ ਇਹਨੇ ਠੋਕਰਾਂ ਖਾਣੀਆਂ ਨੇ ਦੁਨੀਆ ਦੀਆਂ। ਜਿਹਦੇ ਕੋਲ ਸ਼ਬਦ ਆ ਗਿਆ, ਜਿਹਨੂੰ ਸ਼ਬਦ ਨੇ ਸਵਾਰ ਦਿੱਤਾ, ਜਿਹਨੇ ਸ਼ਬਦ ਨੂੰ ਵਕਤ ਦਿੱਤਾ ਹੈ, ਸ਼ਬਦ ਨੇ ਉਹਨੂੰ ਸਭ ਤੋਂ ਵੱਡੀ ਕੁਰਸੀ ਤੇ ਬਿਠਾ ਦਿੱਤਾ। ਹੁਣ ਉਹਦੇ ਕੋਲ ਏਡੀ ਵੱਡੀ ਜਾਨ ਹੈ, ਉਹ ਅਗਰ ਕਿਸੇ ਪੇਪਰ ਤੇ ਸਾਈਨ ਕਰ ਦੇਵੇ ਤੇ ਉਹਦੇ ਪੇਪਰਾਂ ਨੂੰ ਸਰਕਾਰ ਪ੍ਰਵਾਨ ਕਰ ਲੈਂਦੀ ਹੈ। ਉਹਨੂੰ ਪੁੱਛੀਏ ਵੀ ਇਹ ਕਿਉਂ? ਉਹ ਕਹਿੰਦੇ ਨੇ ਸ਼ਬਦ ਇਹਨੇ ਕਮਾਏ, ਇਹਦੇ ਸ਼ਬਦਾਂ 'ਚ ਇੰਨੀ ਜਾਨ ਆ ਗਈ, ਹੁਣ ਜਿੱਥੇ ਵੀ ਲਿਖ ਦੇਵੇ ਉਹਦੀ ਕਦਰ ਪੈ ਜਾਂਦੀ ਹੈ। ਉਹ ਮਨਾ ਜਿਹੜੇ ਸ਼ਬਦ ਨਾਲ ਦੁਨੀਆ ਬਣੀ, ਜਿਹੜੇ ਸ਼ਬਦ ਨਾਲ ਦੁਨੀਆ ਚੱਲਦੀ ਹੈ, ਜਿਹੜੇ ਸ਼ਬਦ ਨਾਲ ਦੁਨੀਆ ਦੀ ਸਾਂਝ ਬਣਦੀ ਹੈ, ਜਿਹੜੇ ਸ਼ਬਦ ਨਾਲ ਦੁਨੀਆ ਦੀ ਸਾਂਝ ਟੁੱਟ ਜਾਂਦੀ ਹੈ, ਜੇ ਕਿਤੇ ਉਹ ਸ਼ਬਦ ਨਾਲ ਤੂੰ ਜੁੜ ਜਾਏ। ਮੈਂ ਇੱਕ ਪਲ ਹੋਰ ਲੈ ਕੇ ਗੱਲ ਸਪਸ਼ਟ ਕਰਨੀ ਚਾਹੁੰਦਾ। ਕੋਈ ਆ ਕੇ ਸਾਨੂੰ ਕਹਿ ਦੇਵੇ ਵੀ 4 ਸ਼ਬਦ ਕ੍ਰੋਧ ਦੇ ਬੋਲ ਦੇਵੇ, ਵੀ ਤੇਰੇ ਬਾਰੇ 'ਚ ਤਾਂ ਉਹ ਇਹ ਗੱਲ ਕਹਿੰਦਾ ਸੀ, ਸਾਡੇ ਹਿਰਦੇ 'ਚ ਕ੍ਰੋਧ ਪੈਦਾ ਹੋ ਜਾਂਦਾ ਵੀ ਹੈ। ਹਾਲਾਂਕਿ ਉਹਨੇ ਕੁਝ ਨਹੀਂ ਕਿਹਾ, ਕਿਸੇ ਨੇ ਆ ਕੇ ਦੱਸਿਆ ਚੰਦ ਸ਼ਬਦ ਬੋਲੇ ਤੇ ਮੇਰੇ ਹਿਰਦੇ 'ਚ ਕ੍ਰੋਧ ਪੈਦਾ ਹੋ ਗਿਆ, ਕਿਉਂਕਿ ਸ਼ਬਦ ਕ੍ਰੋਧ ਵਿੱਚੋਂ ਆਏ ਸਨ। ਕਿਸੇ ਨੇ ਆ ਕੇ ਚੰਦ ਸ਼ਬਦ ਕਹੇ ਹੰਕਾਰ ਦੇ ਤੇ ਮੇਰੇ ਅੰਦਰ ਹੰਕਾਰ ਪੈਦਾ ਹੋ ਗਿਆ, ਮੈਂ ਉਹਦੇ ਨਾਲੋਂ ਘੱਟ ਹੈ। ਹੰਕਾਰ ਦੇ ਬੋਲਾਂ ਨੇ ਹੰਕਾਰ ਪੈਦਾ ਕਰ ਦਿੱਤਾ, ਕਾਮ ਦੇ ਬੋਲਾਂ ਨੇ ਕਾਮ ਪੈਦਾ ਕਰ ਦਿੱਤਾ, ਲੋਭ ਦੇ ਬੋਲਾਂ ਨੇ ਲੋਭ ਪੈਦਾ ਕਰ ਦਿੱਤਾ, ਹੰਕਾਰ ਦੇ ਬੋਲਾਂ ਨੇ ਹੰਕਾਰ ਪੈਦਾ ਕਰ ਦਿੱਤਾ। ਉਹ ਫਿਰ ਇਹ ਕਿਉਂ ਨਹੀਂ ਮੰਨਦਾ? ਉਹ ਮਨਾ ਨਿਰੰਕਾਰ ਦੇ ਬੋਲਾਂ ਨੇ ਤੇਰੇ ਹਿਰਦੇ 'ਚ ਨਿਰੰਕਾਰ ਪੈਦਾ ਕਰ ਦੇਣਾ। ਦੇਖਦੇ ਹੋ ਨਾ, ਚੰਦ ਸ਼ਬਦ ਕਿਸੇ ਨੇ ਬੋਲ ਦਿੱਤੇ, ਹੁਣ ਮਨ ਕ੍ਰੋਧੀ ਹੋ ਜਾਂਦਾ। ਸਾਹਿਬ ਆਖਦੇ ਨੇ, ਕਹਿੰਦੇ ਸ਼ਬਦ ਨਾਲ ਜੁੜ ਕੇ ਵੇਖ, ਤੂੰ ਸ਼ਾਂਤ ਹੋ ਜਾਏਗਾ। ਸ਼ਬਦ ਹੀ ਸਾਡੀ ਜ਼ਿੰਦਗੀ ਨੂੰ ਸਵਾਰਦਾ ਹੈ। ਸਾਚੀ ਲਿਵੇ ਬਿਨ ਦੇਨ ਮਾਣੀ, ਦੇਨ ਮਾਣੀ ਲਿਵੇ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਬਾਤ ਸਮਰੱਥ ਕੋਈ ਨਹੀਂ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਂ ਨਹੀਂ। ਪੰਕਤੀ ਯਾਦ ਹੈ ਨਾ, ਇਸ ਨੂੰ ਹੋਰ ਥਾਂ ਨਹੀਂ, ਸ਼ਬਦ ਨਾਲ ਸਵਾਰੀਆ। ਮਾਲਕ ਜੀ ਇਹਨੂੰ ਸ਼ਬਦ ਨਾਲ ਸਵਾਰ ਦੇ, ਇਹਨੂੰ ਕੋਈ ਹੋਰ ਥਾਂ ਨਹੀਂ। ਇਹ ਕਬਰਾਂ ਤੇ ਪਾਣੀ ਪਾ ਕੇ, ਕਬਰਾਂ ਤੇ ਦੀਵੇ ਜਗਾ ਕੇ, ਕਿਸੇ ਦੇਹਧਾਰੀ ਦੇ ਪੈਰ ਘੁੱਟ ਕੇ, ਉਹਦੀਆਂ ਫੋਟੋਆਂ ਲਾ ਕੇ, ਉਹਨਾਂ ਨੂੰ ਲੰਗਰ ਛਕਾ ਕੇ ਇਹਨੇ ਸੁੱਧ ਨਹੀਂ ਹੋਣਾ। ਇਹਨੇ ਜਦੋਂ ਵੀ ਸੁਧਰਨਾ, ਸ਼ਬਦ ਨਾਲ ਜੁੜ ਕੇ ਸੁਧਰਨਾ। ਜਦੋਂ ਕਿਸੇ ਦਾ ਬੱਚਾ ਕੋਈ ਕੁਰਾਹੇ ਪੈ ਜਾਏ, ਤੁਸੀਂ ਕੀ ਕਰਦੇ ਹੋ? ਕਿਸੇ ਐਸੇ ਬੰਦੇ ਨੂੰ ਭਾਲਦੇ ਹੋ ਜਿਹਦੇ ਸ਼ਬਦਾਂ ਦਾ ਅਸਰ ਇਹਦੇ ਤੇ ਹੋ ਜਾਏ। ਫਿਰ ਉਹਨੂੰ ਕਹਿੰਦੇ ਹੋ ਸਾਡੇ ਬੱਚੇ ਨੂੰ ਵੀ ਸਮਝਾਇਓ, ਸਾਡੀ ਬੇਟੀ ਨੂੰ ਵੀ ਸਮਝਾਇਓ। ਸ਼ਬਦ ਹੀ ਨੇ ਨਾ। ਤਾਂ ਗੁਰਦੇਵ ਜੀ ਆਖਦੇ ਨੇ, ਕਹਿੰਦੇ ਤੂੰ ਮਨਾ, ਜੇ ਤੂੰ ਓਟ ਲੈਣੀ ਹੈ, ਆਸਰਾ ਲੈਣਾ ਹੈ, ਤਾਂ ਸ਼ਬਦ ਦਾ ਲੈ। ਮੈਨੂੰ ਅਜੇ ਵੀ ਤਸੱਲੀ ਨਹੀਂ ਹੋਈ, ਮੈਂ ਇੱਕ ਉਦਾਹਰਨ ਹੋਰ ਦੇਣੀ ਚਾਹੁੰਦਾ, ਮਾਫ ਕਰ ਦਿਓ। ਸ਼ਬਦ ਵਿੱਚ ਇੱਕ ਇਹ ਵੀ ਖੂਬੀ ਹੈ, ਸ਼ਬਦ ਜਿੱਥੋਂ ਆਇਆ ਤੁਹਾਨੂੰ ਉੱਥੇ ਲੈ ਜਾਏਗਾ। ਸ਼ਬਦ ਜਿੱਥੋਂ ਆਇਆ ਨਾ, ਤੁਹਾਨੂੰ ਉੱਥੇ ਲੈ ਜਾਏਗਾ। ਤੁਸੀਂ ਖਿਆਲ ਕਰਕੇ ਦੇਖਿਓ, ਸ਼ਬਦ ਮਾਂ ਦਾ ਫੋਨ ਆ ਰਿਹਾ ਹੋਵੇ ਤੇ ਤੁਹਾਡੇ ਦਿਮਾਗ 'ਚ ਤਸਵੀਰ ਮਾਂ ਦੀ ਬਣੀ ਹੁੰਦੀ ਹੈ ਨਾ। ਦੂਰ ਬੈਠੇ ਹੋ, ਫੋਨ ਮਾਂ ਦਾ ਆ ਰਿਹਾ, ਸ਼ਬਦ ਮਾਂ ਕੋਲੋਂ ਆ ਰਹੇ ਨੇ ਤੇ ਤੁਹਾਡੀ ਤਸਵੀਰ ਮਾਂ ਦੀ ਹੈ। ਸ਼ਬਦ ਪਿਓ ਕੋਲੋਂ ਆਉਣ ਲੱਗ ਗਏ, ਤਸਵੀਰ ਮਾਂ ਦੀ ਮਿਟ ਗਈ, ਪਿਓ ਦੀ ਆ ਗਈ।
ਸ਼ਬਦ ਘਰ ਵਾਲੀ ਕੋਲੋਂ ਆਏ ਨੇ, ਘਰ ਵਾਲੇ ਕੋਲੋਂ ਆਏ ਨੇ, ਉਹ ਸਾਰੀਆਂ ਤਸਵੀਰਾਂ ਮਿਟ ਗਈਆਂ, ਉਹਨਾਂ ਦੀ ਆ ਗਈ। ਸ਼ਬਦ ਭੈਣ ਕੋਲੋਂ ਆਵੇ, ਤਸਵੀਰ ਭੈਣ ਦੀ ਬਣ ਜਾਂਦੀ ਹੈ। ਸ਼ਬਦ ਵਿੱਚ ਇੱਕ ਖੂਬੀ ਹੈ ਪਿਆਰ ਵਾਲਿਓ, ਜਿੱਥੋਂ ਆਇਆ ਇਹ ਸੁਰਤ ਬਿਰਤ ਨੂੰ ਉੱਥੇ ਹੀ ਲੈ ਜਾਂਦਾ ਹੈ। ਜੇ ਸ਼ਬਦ ਮਾਲਕ ਕੋਲੋਂ ਆਇਆ ਫਿਰ ਮਨਾ ਇਹ ਤੁਰਕੀ ਬਾਣੀ ਹੈ, ਤੈਨੂੰ ਤੁਰਨ ਵਾਲੇ ਜੋੜ ਦੇਗੀ, ਤੈਨੂੰ ਮਾਲਕ ਨਾਲੇ ਜੋੜ ਦੇਗੀ। ਸੇਵੋਂ ਸਾਧ ਗਹੋਂ ਓਟ ਚਰਨਾ, ਨੈ ਬਿਸਰੈ ਮੋਹਤ ਚਸਾਈ। ਇੱਕ ਚਸਾ ਅੱਖ ਦੇ ਚਮਕਣ ਜਿੰਨਾ ਸਮਾਂ ਵੀ, ਇੱਕ ਪਲ ਵੀ ਮੈਨੂੰ ਰੱਬ ਨਾ ਭੁੱਲੇ, ਮੈਨੂੰ ਪਰਮੇਸ਼ਰ ਨਾ ਭੁੱਲੇ। ਮੈਨੂੰ ਇਹ ਬੁਝਾਓ ਸਤਿਗੁਰੂ, ਸਮਝਾਓ ਮੈਨੂੰ, ਦੱਸੋ ਮੇਰੇ ਮਾਲਕ ਜੀ ਮੈਂ ਕਿਵੇਂ ਇਸ ਗੱਲ ਨੂੰ ਸਮਝਾਂ। ਮਾਧਵੇ ਐਸੀ ਦੇਹੋ ਬੁਝਾਈ, ਸੇਵੋਂ ਸਾਧ ਗਹੋਂ ਓਟ ਚਰਨਾ, ਨੈ ਬਿਸਰੈ ਮੋਹਤ ਚਸਾਈ। ਰਹਾਓ। ਹੁਣ ਗੁਰੂ ਜੀ ਸਮਝਾਉਣ ਲੱਗੇ ਨੇ, ਇਹ ਮੇਰੀ ਬੇਨਤੀ, ਮੈਨੂੰ ਇੱਕ ਪਲ ਫੇਰ ਰੁਕਣਾ ਪੈਣਾ। ਗੁਰਬਾਣੀ ਵਿੱਚ ਖਾਸ ਕਰਕੇ ਤਿੰਨ ਚੀਜ਼ਾਂ ਬੜੀਆਂ ਚਰਚਾ ਆਈਆਂ ਨੇ। ਸ਼ਬਦ ਦੇ ਅਸਲ ਵਿੱਚ ਤਿੰਨ ਤਰ੍ਹਾਂ ਦੇ ਇਹ ਭਾਵ ਆਏ ਨੇ। ਨੰਬਰ 1, ਕਿਸੇ ਦੁਖਿਆਰੇ ਨੇ ਆਪਣਾ ਦੁੱਖ ਦੱਸਿਆ, ਗੁਰੂ ਨੇ ਉਹਦਾ ਹੱਲ ਦੱਸਿਆ। ਦੂਜਾ ਪੱਖ ਹੈ। ਤੀਜਾ ਪੱਖ ਹੈ ਵੀ ਜਦੋਂ ਹੱਲ ਦਾ ਪਤਾ ਲੱਗ ਗਿਆ ਵੀ ਇਹ ਹੱਲ ਹੈ, ਫਿਰ ਤੀਜੀ ਗੱਲ ਇਹ ਹੈ, ਫਿਰ ਗੁਰੂ ਨੂੰ ਬੇਨਤੀ ਕੀਤੀ, ਮਾਲਕ ਜੀ ਤੁਸੀਂ ਕਿਰਪਾ ਕਰ ਦਿਓ। ਜਿਵੇਂ ਹੋਰ ਸੌਖਾ ਕਰਦੇ ਆ, ਮੇਰੇ ਦਰਦ ਹੋਇਆ, ਮੈਨੂੰ ਨਹੀਂ ਪਤਾ ਵੀ ਕਾਹਦਾ ਹੈ, ਮੈਂ ਡਾਕਟਰ ਕੋਲ ਗਿਆ ਜੀ, ਦਰਦ ਹੋਇਆ ਮੇਰੇ। ਡਾਕਟਰ ਨੇ ਪਰਖ ਕੀਤੀ ਵੀ ਇਹ ਦਰਦ ਇਸ ਚੀਜ਼ ਦਾ ਹੈ। ਹੁਣ ਮੈਂ ਆਖਿਆ ਵੀ ਜੇ ਇਸ ਚੀਜ਼ ਦਾ ਤਾਂ ਇਹਦਾ ਇਲਾਜ ਵੀ ਕਰੋ। ਹੁਣ ਡਾਕਟਰ ਨੇ ਦਵਾਈ ਦਿੱਤੀ। ਤਿੰਨ ਪੱਖ ਹੋ ਗਏ ਨਾ। ਪਹਿਲਾਂ ਮੈਂ ਜਾ ਕੇ ਦਰਦ ਦੱਸਿਆ, ਫਿਰ ਉਹਨੇ ਦੱਸਿਆ ਵੀ ਕੀ ਚੀਜ਼ ਸੀ, ਕਿਉਂ ਹੋਇਆ, ਫਿਰ ਮੈਂ ਤੀਜਾ ਇਲਾਜ ਕਰਵਾਇਆ। ਇਸੇ ਤਰ੍ਹਾਂ ਗੁਰਬਾਣੀ ਵਿੱਚ ਤਿੰਨ ਪੱਖ ਆਏ ਨੇ। ਪਹਿਲੀ ਗੱਲ ਮੈਂ ਆਪਣੀ ਮੁਸ਼ਕਲ ਦੱਸੀ, ਫਿਰ ਗੁਰੂ ਨੇ ਦੱਸਿਆ ਵੀ ਮੁਸ਼ਕਲ ਤਾਂ ਬਣੀ ਤੈਨੂੰ, ਫਿਰ ਮੈਂ ਗੁਰੂ ਨੂੰ ਕਿਹਾ ਵੀ ਹੁਣ ਇਹਦਾ ਹੱਲ ਕੱਢ ਕੇ ਦੱਸ। ਇਹ ਹਰੇਕ ਸ਼ਬਦ ਵਿੱਚ ਨੇ, ਕਰੀਬ ਸਾਰੇ ਸ਼ਬਦਾਂ ਵਿੱਚ ਨੇ। ਲੰਮੀਆਂ ਬਾਣੀਆਂ ਨੇ ਤੇ ਲੰਮੀ ਬਾਣੀ ਵਿੱਚ ਨੇ। ਹੁਣ ਇੱਥੇ ਵੀ ਗੁਰਦੇਵ ਨੇ, ਮੈਂ ਇੱਕ ਅਰਦਾਸ ਕੀਤੀ, ਮਾਲਕ ਜੀ ਕਿਰਪਾ ਕਰੋ ਤੇ ਗੁਰੂ ਜੀ ਨੂੰ ਦੱਸੋ ਵੀ ਮੈਨੂੰ ਇਹਦਾ, ਮੈਂ ਮਾਲਕ ਤੋਂ ਵਿਛੜੇ ਹੋਇਆ। ਗੁਰੂ ਜੀ ਕਹਿਣ ਲੱਗੇ ਵੀ ਇਹਦਾ ਢੰਗ ਤਰੀਕਾ ਇਹ ਹੈ ਵੀ ਤੂੰ ਇਹ ਗੱਲਾਂ ਪੱਲੇ ਬੰਨ, ਫਿਰ ਤੈਨੂੰ ਮਾਲਕ ਮਿਲ ਜਾਏਗਾ। ਅਖੀਰਲੀਆਂ ਪੰਕਤੀਆਂ ਅਸੀਂ ਉਸ ਨਤੀਜੇ ਤੇ ਪਹੁੰਚ ਜਾਵਾਂਗੇ। ਹੁਣ ਗੁਰੂ ਜੀ ਸਮਝਾਉਣ ਲੱਗੇ ਨੇ ਸਾਨੂੰ ਵੀ ਕੀ ਰੱਬ ਤੈਨੂੰ ਕਿਵੇਂ ਨਹੀਂ ਭੁੱਲੇਗਾ, ਜਾਂ ਤੈਨੂੰ ਭੁੱਲਦਾ ਕਿਉਂ ਹੈ। ਹੁਣ ਉਹ ਹੱਲ ਨੇ। ਜੋ ਲੋ ਭਾਓ ਅਭਾਓ ਇਹ ਮਨ ਹੈ, ਤੌਲੋ ਮਿਲਣ ਨਾ ਮਿਲਣ ਦੁਰਾਈ। ਦੁਰਾਈ ਦਾ ਮਤਲਬ ਬੜੀ ਦੂਰ ਹੈ। ਫਿਰ ਤੈਨੂੰ ਰੱਬ ਨੂੰ ਮਿਲਣਾ ਬੜੀ ਦੂਰ ਹੈ, ਬੜਾ ਔਖਾ ਹੈ। ਕਦੋਂ? ਜੋ ਲੋ ਜਦੋਂ ਤੱਕ, ਭਾਓ ਅਭਾਓ ਇਹ ਮਨ ਹੈ। ਜਦੋਂ ਤੱਕ ਪ੍ਰੇਮ ਪਿਆਰ ਤੇ ਨਫ਼ਰਤ ਅਭਾਓ, ਜਿਹਦੇ ਨਾਲ ਪਿਆਰ ਨਹੀਂ ਹੈ, ਜਦੋਂ ਤੱਕ ਤੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਨੂੰ ਮਿੱਤਰ ਜਾਂ ਵੈਰੀ ਸਮਝਦਾ ਹੈ, ਉਹਨਾਂ ਚਿਰ ਤੂੰ ਰੱਬ ਨੂੰ ਮਿਲ ਨਹੀਂ ਸਕਦਾ। ਕਿਸੇ ਨੂੰ ਵੈਰੀ ਨਾ ਸਮਝ, ਉਹਦੇ ਕੋਲੋਂ ਗਲਤੀ ਹੋ ਗਈ ਉਹਨੂੰ ਸਮਝਾ ਦੇ ਵੀ ਤੂੰ ਆ ਗਲਤੀ ਕਰ ਰਿਹਾ ਭਲਿਆ। ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ ਭਲਿਓ, ਜਦੋਂ ਤੱਕ ਸਾਡੇ ਮਨ ਵਿੱਚ ਕਿਸੇ ਵੈਰੀ ਮਿੱਤਰ ਦੀ ਗੱਲ ਹੈ ਨਾ, ਜਬ ਤਾਰੇ ਕੋ ਬੈਰੀ ਮੀਤ ਤਬ ਲਗਨ ਨਿਹਚਲ ਨਹੀਂ ਚੀਤ। ਵੈਰ ਵਿਰੋਧ ਹੈ ਕਾਹਦਾ? ਸਾਡਾ ਭਲਾ ਕਿਸੇ ਨੂੰ ਪੁੱਛ ਕੇ ਦੇਖੀਏ ਤਾਂ। ਜਿੰਨਾ ਚਿਰ ਤੱਕ ਮੇਰੇ ਜੀਵਨ ਵਿੱਚ ਵੈਰ ਵਿਰੋਧ ਹੈ, ਸਾਡੇ ਘਰਾਂ 'ਚ ਕਿੰਨਾ, ਬਾਕੀ ਦੀ ਗੱਲ ਛੱਡੀਏ, ਇਹ ਤਾਂ ਬੜੀ ਰੂੜ ਦੀ ਗੱਲ ਹੈ ਵੀ ਗੁਆਂਢੀ ਨਾਲ ਜਾਂ ਹੋਰ ਕਿਸੇ ਨਾਲ ਨਹੀਂ ਬਣਦੀ, ਸਾਡੇ ਆਪਣੇ ਘਰਾਂ 'ਚ ਹੀ ਹੈ। ਸੱਸ ਸਵੇਰ ਤੋਂ ਸ਼ਾਮ ਤੱਕ ਹਰ ਵਕਤ ਦਾਅ ਤੇ ਰਹਿੰਦੀ ਹੈ, ਕਿਹੜੀ ਘੜੀ ਮੇਰੀ ਨੂੰਹ ਗਲਤੀ ਕਰੇ ਮੈਂ ਪਕੜ ਕੇ ਸ਼ਾਮ ਨੂੰ ਦੱਸਾਂ। ਇਹੋ ਕੰਮ ਨੂੰਹ ਕਰਦੀ ਹੈ।
ਕਿਹੜੀ ਘੜੀ ਹੋਵੇ ਮੈਨੂੰ ਇਹ ਔਖਾ ਭਾਰਾ ਬੋਲੇ, ਕਿਸੇ ਕੋਲ ਬੈਠੇ ਤੇ ਚਾਰ ਗੱਲਾਂ ਕਰੇ, ਮੈਂ ਉਹ ਗੱਲਾਂ ਨੋਟ ਕਰਕੇ ਸ਼ਾਮ ਨੂੰ ਮੈਂ ਦੱਸਾਂ। ਜਦੋਂ ਘਰ ਪਤੀ ਆਉਂਦਾ, ਦੋਏ ਭੱਜੀਆਂ ਫਿਰਦੀਆਂ ਨੇ, ਮਾਂ ਸੋਚਦੀ ਮੈਂ ਦਿਖਾਵਾਂ ਕੰਮ, ਮੈਂ ਬਹੁਤਾ ਕੀਤਾ, ਉਹ ਘਰ ਵਾਲੀ ਦਿਖਾਉਂਦੀ ਮੈਂ ਕੰਮ ਸਾਰੀ ਦਿਹਾੜੀ ਕੀਤਾ, ਇਹ ਤੇ ਬਿਲਕੁਲ ਵਿਹਲੀ ਬੈਠੀ ਰਹੀ। ਜਿਹੜਾ ਘਰ ਸੁੱਖ ਸ਼ਾਂਤੀ ਦਾ ਮੰਦਿਰ ਬਣਾਉਣਾ ਸੀ, ਉਹ ਲੜਾਈ ਦਾ ਘਰ ਬਣਾਇਆ ਪਿਆ। ਕਾਹਦੇ ਵਾਸਤੇ? ਕਿਉਂਕਿ ਰੱਬ ਹੀ ਨਹੀਂ ਚੇਤੇ, ਉਹਨੂੰ ਪਤਾ ਹੀ ਨਹੀਂ ਹੈ ਵੀ ਮੈਂ ਆਖਰਕਾਰ ਇੱਕ ਦਿਨ ਰੱਬ ਨੂੰ ਮੂੰਹ ਦਿਖਾਉਣਾ। ਕਿੰਨਾ ਚੰਗਾ ਹੋਵੇ ਜੇ ਕਿਤੇ ਘਰ ਦੇ ਵਿੱਚ ਪਿਆਰ ਬਣ ਜਾਏ, ਲੈ ਧੀਏ ਇੰਨਾ ਕੁ ਕੰਮ ਮੈਂ ਕਰ ਲੈਣੀ ਹੈ ਤੇ ਇੰਨਾ ਮੇਰੇ ਕੋਲੋਂ ਨਹੀਂ ਹੋਣਾ, ਆਹ ਕੰਮ ਤੂੰ ਕਰ ਲਈ। ਕੰਮ ਵੀ ਜਲਦੀ ਨਿਬੜ ਜਾਏਗਾ। ਸਾਰੇ ਕੰਮ ਤੁਸੀਂ ਆਪਣੇ ਘਰ ਦਾ ਕਰਨਾ, ਕਿਸੇ ਦਾ ਨਹੀਂ ਕਰਨਾ, ਪਰ ਸਾਰਾ ਸੰਸਾਰ ਸ਼ੋਭਾ ਕਰੇਗਾ। ਉਹ ਤੇ ਭਾਈ ਕਦੇ ਅਸੀਂ ਸੱਸ ਨੂੰ ਵਾਂਗੂ ਦੇਖੀਆਂ ਹੀ ਨਹੀਂ, ਉਹ ਤੇ ਅਸੀਂ ਮਾਵਾਂ ਤੇ ਧੀਆਂ ਵਾਂਗੂ ਵੇਖੀਆਂ ਨੇ। ਜਦੋਂ ਵੇਖੀਆਂ ਨੇ, ਜਦੋਂ ਵੀ ਕਦੇ ਕੋਈ ਗੱਲ ਹੁੰਦੀ, ਆਪਣੇ ਮਨ ਵਿੱਚ ਸੋਚ ਵਿਚਾਰ ਕੇ ਦੇਖੋ, ਜਿੰਨਾ ਚਿਰ ਤੱਕ ਵੈਰੀ ਮਿੱਤਰ ਵਾਲੀਆਂ ਗੱਲਾਂ ਨੇ ਮਨਾ, ਉਹਨਾਂ ਚਿਰ ਤੱਕ ਤੈਨੂੰ ਰੱਬ ਨੂੰ ਨਹੀਂ ਮਿਲ ਸਕਦਾ। ਮਤ ਸੋਚੀ, ਰੱਬ ਨੂੰ ਉਦੋਂ ਹੀ ਮਿਲ ਹੋਣਾ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋਂ ਮੇਲ ਕੀਓ ਮੇਰੇ ਰਾਜਨ। ਰੱਬ ਮਿਲ ਜਾਏਗਾ। ਹੁਣ ਸਾਨੂੰ ਕੀ ਸਿਖਾਇਆ ਵੀ ਭੋਰੇ 'ਚ ਬੈਠ ਜਾ, 8 ਘੰਟੇ ਨਾ ਬਾਹਰ ਨਿਕਲੀ। ਆਹ ਤਾਂ ਰੱਬ ਨੂੰ ਮਿਲਣ ਦਾ ਤਰੀਕਾ ਹੀ ਨਹੀਂ। ਗੁਰੂ ਜੀ ਤਾਂ ਆਹ ਦੱਸ ਰਹੇ ਨੇ। ਹੁਣ ਦੇਖੋ ਕਿੱਡਾ ਵਧੀਆ ਤਰੀਕਾ ਹੈ। ਤੂੰ ਆਪਣਾ ਵਰਤ ਵਿਹਾਰ ਵੇਖ ਕਿਹੋ ਜਿਹਾ। ਨਿੱਕੀਆਂ ਨਿੱਕੀਆਂ ਗੱਲਾਂ ਤੇ ਫਲਾਣੇ ਨੇ ਕਾਰ ਨਵੀਂ ਲਿਆਂਦੀ, ਕਾਰ ਉਹਨੇ ਲਿਆਂਦੀ ਹੈ। ਪਤਾ ਨਹੀਂ ਵਿਚਾਰੇ ਨੇ ਕਿਸ਼ਤਾਂ ਕੀਤੀਆਂ, ਕਿਵੇਂ ਲੋਨ ਲਿਆ, ਕੀ ਕੁਝ ਕੀਤਾ। ਅਸੀਂ 8 ਦਿਨ ਘਰ 'ਚ ਚਰਚਾ ਕਰਦੇ ਰਹੇ, ਪੈਸੇ ਲਿਆਉਂਦਾ ਕਿੱਥੋਂ ਹੋਣਾ ਹੈ? ਉੱਤੋਂ ਕਮਾਈ ਬਥੇਰੀ ਆਉਂਦੀ ਹੈ ਜੀ। ਉਹਨਾਂ ਦੇ ਘਰ ਕਾਰ ਆਈ ਹੈ, ਸਿਆਪਾ ਸਾਡੇ ਘਰ 'ਚ ਪਿਆ ਹੋਇਆ। ਆਪਣੇ ਘਰ ਦਾ ਪਤਾ ਨਹੀਂ ਵੀ ਮੈਂ ਕਿਵੇਂ ਕੰਟਰੋਲ ਕਰਨਾ, ਉਹਦੀ ਚਿੰਤਾ ਲੱਗੀ ਹੋਈ। ਉਹਨੂੰ ਕਾਰ ਮਿਲ ਕਿਵੇਂ ਗਈ, ਇਹੋ ਜਿਹੀ ਕਿਵੇਂ ਕਢਵਾ ਲਈ ਉਹਨੇ। ਇਹ ਰੱਬ ਨੂੰ ਮਿਲਣ ਦੀਆਂ ਗੱਲਾਂ ਨੇ ਬੰਦਿਆ। ਐਵੇਂ ਲੋਕਾਂ ਦੀ ਪੰਡ ਚੁੱਕੀ ਫਿਰਨਾ ਮਨਾ, ਐਵੇਂ ਪੰਡ ਚੁੱਕੀ ਫਿਰਨਾ। ਕਿੰਨਾ ਚੰਗਾ ਹੋਵੇ ਜੋ ਤੇਰੇ ਕੋਲ ਹੈ ਨਾ, ਉਹਨੂੰ ਗਿਣ ਕੀ ਦਿੱਤਾ ਮਾਲਕ ਨੇ। ਫਿਰ ਤੇਰਾ ਜੀ ਕਰੇਗਾ ਸਤਿਗੁਰੂ, ਮੇਰਾ ਤੇ ਦਿਲ ਕਰਦਾ ਮੈਂ ਤੇਰਾ ਸ਼ੁਕਰ ਕਰਾਂ, ਮੈਂ ਤਾਂ ਉਹਦੇ ਕਾਬਲ ਹੀ ਨਹੀਂ ਸੀ ਜੋ ਤੂੰ ਮੈਨੂੰ ਦਿੱਤਾ ਹੋਇਆ। ਸ਼ਿਕਾਇਤਾਂ ਦੀ ਬਜਾਏ ਸ਼ੁਕਰਾਨਾ ਕਰਨਾ ਸਿੱਖ ਲਈਏ, ਰੱਬ ਨਾਲ ਮਿਲਣਾ ਸੌਖਾ ਹੋ ਜਾਏਗਾ। ਆਨ ਆਪਣਾ ਕਰਤ ਵਿਚਾਰਾ, ਤੌਲੋ बीच बिखाई। आन अपना, आन मतलब दूजा, आन अपना, आ चीज दूजे दी है, आ मेरी है। जेड़ी मेरी है उन्होंने मैं बहुती संभाल के रखना, जेड़ी दूजे दी ओदी परवाह नहीं करता। फिर ते मना तू अंदरों जौलो बीच बिखाई, तेरे अंदर तो बिखाई का मतलब बिख पई है, तेरे अंदर तो जहर पई है। मेरा पुत नशे खावे मैनू दुख लगता, गुआंढी का पुत नशे खावे मैं चुप कर जाना। उन्होंने कदे भी नहीं सोचिया ये भी तो मेरे पुत वर्गा है। मैं समझा दिया, हाथ जोड़ दिया, पुत वे ना नशे खा। जद तेरा पता करदियां नूं लगना ना तेरे बाप ने मर जाना जिउंदे ने, तेरी मां दी दुनिया उजड़ जानी है। पुत वे जिस दिन पता लगना भी तू नशे खाना है, हले उन्हें नहीं पता लग्या, तू ना खा। पर मैं तो अपनियां दी गल करना, दूजे दी नहीं गल करना। दूजी हर चीज जिहड़ी दूजे दी है ना, उहदे नाल मेरी निड़ता नहीं है। शब कहने फिर तो तेरे अंदर जहर भरी पई है। जहर दा व्यापारी होके अमृत दे दाते नूं मिलण चले हैं, किवें मिलेगा? नहीं मिला पाउणा। रे मन मुक्त अचेत चंचल चित, तुम ऐसी हृदय ना आई। ओ मना बड़ा ही चंचल है, तू बड़ियां चलाकियां करना है।
ਇਹੋ ਇਹੋ ਜੇ ਢੰਗ ਨਾਲ ਝੂਠ ਬੋਲ ਲੈਂਦਾ, ਚਲਾਕੀਆਂ ਕਰ ਲੈਂਦਾ, ਲੋਕਾਂ ਨੂੰ ਠੱਗ ਲੈਂਦਾ, ਪਕੜ ਵੀ ਨਹੀਂ ਹੁੰਦਾ। ਰੇ ਮਨ ਮੁਗਧ ਅਚੇਤ ਚੰਚਲ ਚਿਤ, ਤੁਮ ਐਸੀ ਹਿਰਦੈ ਨਾ ਆਈ। ਤੈਨੂੰ ਇਹੋ ਜਿਹਾ ਖਿਆਲ ਨਹੀਂ ਕਦੇ ਆਇਆ? ਕਿਹੜਾ? ਪ੍ਰਾਨ ਪਤ ਤਿਆਗ ਆਨ ਤੂੰ ਰਾਚੈ, ਉਰਜਿਓ ਸੰਗ ਬਹਿਰਾਈ। ਪ੍ਰਾਨ ਪਤ, ਤੇਰੇ ਪ੍ਰਾਣਾਂ ਦਾ ਪਤੀ, ਤੇਰੇ ਪ੍ਰਾਣਾਂ ਦਾ ਮਾਲਕ, ਤੇਰੇ ਸਵਾਸਾਂ ਦਾ ਮਾਲਕ। ਤਿਆਗ ਆਨ ਤੂੰ ਰਾਚੈ, ਉਹਨੂੰ ਛੱਡ ਕੇ ਤੂੰ ਦੂਜਿਆਂ ਨਾਲ ਰਚਿਆ ਬੈਠਾ। ਰੱਬ ਨਹੀਂ ਚੇਤੇ, ਪਰਮੇਸ਼ਰ ਨਹੀਂ ਚੇਤੇ। ਦੱਸ, ਕਈ ਵਾਰੀ ਬੇਨਤੀ ਕਰਦਾ ਹੈ, ਜਿਹੜਾ ਸਵਾਸ ਸਵਾਸ ਨਾਮ ਜਪਣ ਦੀ ਵੀ ਗੱਲ ਸੀ ਨਾ, ਅਸਲ ਕਹਾਣੀ ਕੁਝ ਹੋਰ ਸੀ, ਜੋੜ ਅਸੀਂ ਹੋਰ ਲਈ। ਉਹਦਾ ਅਰਥ ਤਾਂ ਸਿਰਫ ਇੰਨਾ ਸੀ ਭਈ ਹਰ ਵਕਤ ਬੰਦਾ ਸਾਰੇ ਕੰਮ ਨਹੀਂ ਕਰਦਾ, ਹਰ ਵਕਤ ਖਾਂਦਾ ਵੀ ਨਹੀਂ ਹੈ, ਹਰ ਵਕਤ ਸੌਂਦਾ ਵੀ ਨਹੀਂ ਹੈ, ਹਰ ਵਕਤ ਜਾਗਦਾ ਵੀ ਨਹੀਂ ਹੈ, ਹਰ ਵਕਤ ਬੋਲਦਾ ਵੀ ਨਹੀਂ ਹੈ, ਹਰ ਵਕਤ ਚੁੱਪ ਵੀ ਨਹੀਂ ਕਰਦਾ। ਕੋਈ ਕੰਮ ਅਜਿਹੇ ਨਹੀਂ ਜਿਹੜੇ ਹਰ ਵਕਤ ਕਰਦਾ ਹੋਵੇ। ਬਸ ਇੱਕੋ ਹੀ ਕੰਮ ਹੈ ਜਿਹੜਾ ਹਰ ਵਕਤ ਕਰਦਾ ਹੈ, ਉਹ ਹੈ ਸਾਹ ਲੈਣੇ। ਸਾਹ ਤੇ ਜਾਗਦਿਆਂ ਵੀ ਲੈਂਦਾ, ਸੁੱਤਿਆਂ ਵੀ ਲੈਂਦਾ, ਤੁਰਦਿਆਂ ਵੀ ਲੈਂਦਾ, ਬੈਠਿਆਂ ਵੀ ਲੈਂਦਾ। ਸਾਹ ਤੇ ਹਰ ਵਕਤ ਲੈਂਦਾ ਨਾ। ਗੁਰੂ ਜੀ ਨੇ ਆਖਿਆ ਸੀ ਵੀ ਜਿਵੇਂ ਤੂੰ ਆਪਣੀ ਜ਼ਿੰਦਗੀ 'ਚ ਸਾਹ ਲੈਣਾ ਨਾ ਹਰ ਵਕਤ, ਇਵੇਂ ਰੱਬੀ ਪਿਆਰ ਵਿੱਚ ਹਰ ਵਕਤ ਜੀਉ ਕੇ ਵੇਖ। ਆਹ ਅਸੀਂ ਨਾਮ ਜਪਣਾ, ਅਸੀਂ ਭਟਕਣਾ 'ਚ ਪੈ ਗਏ, ਵਾਹ ਇਵੇਂ ਕਹਿਣਾ, ਗੁਰੂ ਇਵੇਂ ਕਹਿਣਾ, ਉਲਝੇ ਪਏ। ਸਤਿਗੁਰੂ ਜੀ ਨੇ ਇੱਥੇ ਵੀ ਸਾਨੂੰ ਇਹੋ ਹੀ ਗੱਲ ਸਮਝਾਈ ਹੈ। ਕਹਿਣ ਲੱਗੇ, ਸੌਣ ਲੱਗਿਆਂ ਪਾਣੀ ਦਾ ਪ੍ਰਬੰਧ ਕਰਕੇ ਸੌਣਾ, ਗਰਮੀ ਸਰਦੀ ਦਾ ਪ੍ਰਬੰਧ ਕਰਕੇ ਸੌਣਾ। ਇੱਥੋਂ ਤੱਕ ਮੈਂ ਇੰਨੀ ਗਹਿਰੀ ਨੀਂਦ ਸੌ ਜਾਣਾ, ਮੈਨੂੰ ਸਵੇਰੇ ਪਤਾ ਨਹੀਂ ਲੱਗਣਾ ਵਕਤ ਹੋ ਗਿਆ, ਮੈਂ ਜਾਣਾ ਹੈ। ਅਲਾਰਮ ਲਾ ਕੇ ਸੌਂਦੇ ਆ, ਮੈਨੂੰ ਕੋਈ ਬਾਹਰੋਂ ਠਾਲ ਦੇਵੇ। ਪਰ ਕੋਈ ਹੈ ਬੰਦਾ ਇਹੋ ਜਿਹਾ ਜਿਹੜਾ ਰਾਤ ਨੂੰ ਸਾਹਾਂ ਦਾ ਪ੍ਰਬੰਧ ਕਰਕੇ ਸੁੱਤਾ ਹੋਵੇ? ਅਸੀਂ ਵੈਸੇ ਸੌਂ ਜਾਂਦੇ, ਸਾਨੂੰ ਪਤਾ ਵੀ ਸਾਹ ਤੇ ਰੱਬ ਨੇ ਦੇ ਹੀ ਜਾਣੇ ਨੇ। ਹਜ਼ੂਰ ਆਖਦੇ ਨੇ, ਕਹਿੰਦੇ ਤੈਨੂੰ ਸਾਹ ਦੇਣ ਵਾਲਾ ਮੰਨਿਆ ਰੋਟੀ ਤੇਰੀ ਮਿਹਨਤ ਨਾਲ ਮਿਲਦੀ ਹੋਏਗੀ, ਮੰਨਿਆ ਗਰਮੀ ਸਰਦੀ ਦੇ ਪ੍ਰਬੰਧ ਤੂੰ ਕਰ ਲੈਂਦਾ ਹੋਵੇਂਗਾ, ਮੰਨਿਆ ਖਾਣ ਪੀਣ ਦਾ ਪ੍ਰਬੰਧ ਤੂੰ ਕਰ ਲੈਂਦਾ ਹੋਵੇਂਗਾ, ਸਾਹਾਂ ਦਾ ਕੀ ਪ੍ਰਬੰਧ ਕਰਨਾ ਹੈ? ਸਾਹਾਂ ਦੇ ਤੇ ਉਹ ਮਾਲਕ ਹੀ ਕਰਦਾ ਹੈ ਨਾ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀਏ, ਉਹਨੂੰ ਨਾ ਭੁਲਾ। ਆਹ ਸੀ ਤਰੀਕਾ ਰੱਬੀ ਇਬਾਦਤ ਕਰਨ ਦਾ, ਰੱਬ ਨੂੰ ਮਿਲਣ ਦਾ। ਪ੍ਰਾਨ ਪਤ ਤਿਆਗ ਆਨ ਤੂੰ ਰਾਚੈ, ਪ੍ਰਾਣਾਂ ਦੇ ਪਤੀ ਨੂੰ ਛੱਡ ਕੇ ਤੂੰ ਹੋਰਾਂ ਝਗੜਿਆਂ ਵਿੱਚ ਉਲਝਿਆ ਪਿਆ ਮਨਾ। ਉਰਜਿਓ ਸੰਗ ਬਹਿਰਾਈ, ਆਪਣੇ ਬੈਰੀਆਂ ਨਾਲ ਤੂੰ ਉਲਝਿਆ ਪਿਆ ਹੈ। ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ। ਤੁਹਾਨੂੰ ਜੀਵਨ ਵਿੱਚ ਸੈਂਕੜੇ ਬੰਦੇ ਮਿਲਦੇ ਨੇ, ਪਰ ਸਮਾਂ ਹੁੰਦਾ ਭੁੱਲ ਜਾਂਦੇ ਸਾਰੇ। ਜਿਹਨੇ ਮੈਨੂੰ ਗਾਲ ਕੱਢੀ ਉਹ ਮੈਨੂੰ 10 ਸਾਲ 20 ਸਾਲ ਵੀ ਨਹੀਂ ਭੁੱਲਦਾ। ਭਲਾ ਕਿਉਂ ਨਹੀਂ ਭੁੱਲਦਾ? ਕਿਉਂਕਿ ਵੈਰੀ ਹੈ। ਯਾਦ ਹੀ ਦੋਨਾਂ ਨੂੰ ਰੱਖਦਾ, ਜਾਂ ਮਿੱਤਰਾਂ ਨੂੰ ਜਾਂ ਵੈਰੀਆਂ ਨੂੰ। ਇੱਥੋਂ ਤੱਕ ਮੈਂ ਬੇਨਤੀ ਕਰਾਂ, ਕਈ ਪਰਿਵਾਰਾਂ ਵਿੱਚ ਪੀੜ੍ਹੀ ਦਰ ਪੀੜ੍ਹੀ ਵੈਰ ਚੱਲਦਾ ਹੈ। ਉਹਨੇ ਫਲਾਣੇ ਨੂੰ ਕਤਲ ਕੀਤਾ ਸੀ, ਉਹਦੇ ਅੱਗੇ ਪੁੱਤ ਨੇ ਫਲਾਣੇ ਨੂੰ ਕਤਲ ਕਰ ਦਿੱਤਾ, ਅੱਗੇ ਫਿਰ ਅਦਾਲਤਾਂ ਚੱਲਦੇ ਨੇ, ਫਿਰ ਕਤਲ ਕਰ ਦਿੱਤਾ। ਪੀੜ੍ਹੀ ਦਰ ਪੀੜ੍ਹੀ ਵੈਰ ਚੱਲਦਾ, ਨਹੀਂ ਭੁੱਲੇ। ਹਜ਼ੂਰ ਆਖਦੇ ਨੇ, ਕਹਿੰਦੇ ਉਲਝ ਕੇ ਹੀ ਜ਼ਿੰਦਗੀ ਗੁਜ਼ਾਰ ਦਿੱਤੀ, ਬਸ ਇਸੇ ਗੱਲ 'ਚ ਜ਼ਿੰਦਗੀ ਲਾਤੀ। ਉਹਨੇ ਮੈਨੂੰ ਕੀ ਬੋਲਿਆ? ਜੇ ਕਿਤੇ ਬਰਦਾਸ਼ਤ ਕਰ ਲੈਂਦਾ ਨਾ, ਯਾਦ ਰੱਖਦਾ, ਮਾਲਕ ਤੇ ਭਰੋਸਾ ਕਰ ਲੈਂਦਾ, ਝਗੜੇ ਝਮੇਲੀ ਖਤਮ ਹੋ ਜਾਣੇ ਸਨ। ਪ੍ਰਾਨ ਪਤ ਤਿਆਗ ਆਨ ਤੂੰ ਰਚੈ,
ਆਨ ਤੂੰ ਰਚਿਆ, ਉਰਜਿਓ ਸੰਗ ਬਹਿਰਾਈ। ਤੂੰ ਬਹਿਰਾਈ ਨਾਲ ਹੀ ਉਲਝਿਆ ਰਿਹਾ, ਜ਼ਿੰਦਗੀ ਦੀਆਂ ਬੁਰਾਈਆਂ ਨਾਲ ਹੀ ਜੁੜਿਆ ਰਿਹਾ। ਸੋਗ ਨਾ ਵਿਆਪੈ ਆਪ ਨਾ ਥਾਪੈ, ਸਾਧ ਸੰਗਤ ਬੁੱਧ ਪਾਈ। ਸੰਗਤ ਵਿੱਚ ਆਵੇਂਗਾ ਤੈਨੂੰ ਇਹ ਬੁੱਧੀ, ਇਹ ਅਕਲ ਮਿਲੇਗੀ। ਕਿਹੜੀ? ਸੋਗ ਨਾ ਵਿਆਪੈ। ਸਾਡੀ ਇੱਕ ਬੜੀ ਵੱਡੀ ਮੁਸ਼ਕਲ ਹੈ, ਅਸੀਂ ਦੋਨੇ ਹਾਲਾਤਾਂ 'ਚ ਸ਼ੁਕਰਾਨਾ ਕਰਨਾ ਨਹੀਂ ਜਾਣਦੇ। ਗੁਰਬਾਣੀ ਦੇ ਬਚਨ ਨੇ, ਜਬ ਕਿਛ ਪਾਵੈ ਤਬ ਗਰਭ ਕਰਤ ਹੈ। ਕੁਛ ਮਿਲ ਜਾਏ ਤੇ ਹੰਕਾਰੀ ਹੋ ਜਾਂਦਾ, ਮੇਰੇ ਕੋਲ ਤਾਂ ਬਹੁਤ ਕੁਝ ਹੈ। ਮਾਇਆ ਗਈ ਤਬ ਰੋਵਨ ਲੱਗਦਾ ਹੈ। ਕੁਛ ਚਲਾ ਜਾਏ, ਰੱਬ ਕਹਿੰਦਾ ਵੀ ਲੈ ਤੂੰ ਖਿਡੌਣਿਆਂ 'ਚ ਉਲਝ ਗਿਆ, ਮੈਂ ਤੇਰੇ ਤੋਂ ਖਿਡੌਣੇ ਪਾਸੇ ਕਰ ਲੈਣਾ। ਸ਼ਾਇਦ ਤੈਨੂੰ ਮਾਂ ਦੀ ਚੇਤੇ ਆ ਜਾਓ, ਰੋਣ ਲੱਗ ਪੈਂਦਾ। ਜੇ ਕੁਝ ਦੇ ਦੇਵਾਂ ਤਾਂ ਹੰਕਾਰੀ ਹੋ ਜਾਂਦਾ, ਜੇ ਕੁਝ ਲੈ ਲਵਾਂ ਤੇ ਰੋਣ ਲੱਗ ਪੈਂਦਾ। ਸ਼ੁਕਰਾਨਾ ਦੋਨੇ ਗੱਲਾਂ 'ਚ ਨਹੀਂ ਕਰਦਾ। ਸਾਹਿਬ ਜੀ ਕਿਰਪਾ ਕਰਦੇ ਨੇ, ਕਹਿੰਦੇ ਉਸ ਮਨੁੱਖ ਨੂੰ ਜਿਹਦੇ ਕੋਲ ਗੁਰੂ ਦੇ ਬੋਲ ਨੇ, ਜਿਹਦੇ ਕੋਲ ਗੁਰੂ ਦੀ ਮੱਤ ਹੈ, ਉਹਨੂੰ ਸੋਗ ਨਹੀਂ ਵਿਆਪਦਾ। ਉਹ ਕਹਿੰਦਾ ਮਾਲਕ ਅੱਜ ਲਿਆ ਤੇ ਕੱਲ ਰਹੇਗਾ ਵੀ ਤਾਂ ਤੂੰ ਹੀ ਨਾ, ਇਹ ਤਾਂ ਮੇਰਾ ਭੁਲੇਖਾ ਸੀ। ਉਹਨੂੰ ਸੋਗ ਨਹੀਂ ਵਿਆਪਦਾ। ਆਪ ਨਾ ਥਾਪੈ, ਉਹ ਕਦੇ ਆਪਣੇ ਆਪ ਨੂੰ ਥਾਪਦਾ ਨਹੀਂ ਵੀ ਮੈਂ ਇਹ ਕੀਤਾ ਹੈ। ਉਹ ਆਪਣੇ ਆਪ ਦੀ ਸ਼ੋਭਾ ਨਹੀਂ ਕਰਦਾ। ਉਹਨੂੰ ਪਤਾ ਹੈ ਜੇ ਕੁਝ ਚਲਾ ਗਿਆ ਤੇ ਉਹ ਮਾਲਕ ਦੇ ਦਰ ਤੇ ਪਿਆਰ ਕਰਦਾ, ਉਹ ਸੋਗ ਨਹੀਂ ਕਰਦਾ। ਜੇ ਕੋਈ ਵਡਿਆਈ ਮਿਲੀ ਤਾਂ ਉਹ ਕਹਿੰਦਾ ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਉਹ ਕਹਿੰਦਾ ਇਹ ਨਹੀਂ ਵੀ ਮੈਂ ਆਪਣੇ ਕਰਕੇ, ਮੇਰੇ ਕਰਕੇ ਸਾਰਾ ਕੁਝ ਹੋਇਆ, ਨਹੀਂ, ਤੇਰੇ ਕਰਕੇ ਹੋਇਆ। ਸਾਧ ਸੰਗਤ ਬੁੱਧ ਪਾਈ, ਸੰਗਤ ਵਿੱਚ ਆ ਕੇ ਮੈਂ ਇਹ ਬੁੱਧ ਪ੍ਰਾਪਤ ਕੀਤੀ, ਅਕਲ ਪ੍ਰਾਪਤ ਕੀਤੀ। ਸਾਕਤ ਕਾ ਬਕਨਾ ਯੂੰ ਜਾਨੋ ਜੈਸੇ ਪਵਨ ਝੁਲਾਈ। ਸਾਹਿਬ ਕਹਿੰਦੇ ਗੱਲਾਂ ਤੂੰ ਆਪਣੇ ਕਿਰਦਾਰ ਵਿੱਚ ਲੈ ਕੇ ਆ। ਇਹ ਗੁਰੂ ਸਮਝਾ ਰਹੇ ਨੇ। ਜਦੋਂ ਮੈਂ ਪੁੱਛਿਆ ਮੈਨੂੰ ਸਮਝਾਓ, ਮੈਂ ਗੱਲਾਂ ਤੇ ਸਾਰੀਆਂ ਕਰਨਾ, ਫਿਰ ਵੀ ਮੈਂ ਰੱਬ ਨੂੰ ਕਿਉਂ ਨਹੀਂ ਮਿਲਦਾ? ਕਹਿਣ ਲੱਗੇ ਤੂੰ ਤਾਂ ਗੱਲਾਂ ਕਰਦਾ ਹੀ ਹੈ, ਜ਼ਬਾਨੋਂ, ਹਿਰਦੇ 'ਚ ਨਹੀਂ ਵਸਾਉਂਦਾ। ਸਾਕਤ ਕਾ ਬਕਨਾ ਇਉਂ ਜਾਨੋ। ਸਾਕਤ ਮਨੁੱਖ ਜਿਹੜਾ, ਸਾਕਤ ਬੰਦਾ ਬੜਾ ਖਤਰਨਾਕ ਹੈ। ਤਿੰਨ ਬੰਦਿਆਂ ਦਾ ਜ਼ਿਕਰ ਗੁਰਬਾਣੀ ਵਿੱਚ ਆਇਆ, ਇੱਕ ਮਨਮੁਖ, ਇੱਕ ਬੇਮੁਖ, ਇੱਕ ਸਾਕਤ। ਮਨਮੁਖ ਉਹਨੂੰ ਕਹਿੰਦੇ ਨੇ ਜਿਹੜਾ ਰਹਿੰਦਾ ਗੁਰੂ ਦੀ ਹਜ਼ੂਰੀ ਵਿੱਚ ਹੈ, ਪਰ ਗੁਰੂ ਦੀ ਗੱਲ ਮੰਨਦਾ ਨਹੀਂ, ਮਨਾਉਂਦਾ ਆਪਣੇ ਮਨ ਦੀ ਗੱਲ ਕਰਦਾ। ਬੇਮੁਖ ਜਿਹੜਾ ਗੁਰੂ ਕੋਲ ਆਇਆ ਹੀ ਨਹੀਂ, ਗੁਰੂ ਤੋਂ ਮੂੰਹ ਫੇਰੀ ਫਿਰਦਾ। ਇੱਕ ਸਾਕਤ ਬੰਦਾ, ਉਹ ਬੜਾ ਖਤਰਨਾਕ ਹੈ। ਸਾਕਤ ਬੰਦਾ ਰਹਿੰਦਾ ਗੁਰੂ ਕੋਲ ਹੈ, ਉਹਦੀਆਂ ਗੱਲਾਂ ਵੀ ਮਿੱਠੀਆਂ ਨੇ, ਕੰਮ ਵੀ ਚੰਗੇ ਨੇ, ਪਰ ਜੀਵਨ ਅੰਦਰੋਂ ਤਬਦੀਲ ਨਹੀਂ ਕਰਦਾ। ਜਿਵੇਂ ਪੱਥਰ ਨੂੰ ਸੈਂਕੜੇ ਸਾਲ ਭਾਵੇਂ ਪਾਣੀ 'ਚ ਰੱਖ ਲਓ, ਜਦੋਂ ਕੱਢੋਗੇ ਤੇ ਸੁੱਕਾ। ਇਸੇ ਤਰ੍ਹਾਂ ਸਾਕਤ ਬੰਦਾ ਹੈ, ਗੁਰੂ ਚਰਨਾਂ ਵਿੱਚ ਆ ਕੇ ਉਹ ਲੱਗੇਗਾ ਭਿੱਜ ਗਿਆ, ਜਦੋਂ ਬਾਹਰ ਕੱਢ ਕੇ ਰੱਖੋਗੇ ਸੁੱਕਾ। ਸਾਹਿਬ ਜੀ ਆਖਦੇ ਨੇ, ਕਹਿੰਦੇ ਸਾਕਤ ਦਾ ਬੋਲਣਾ ਇਵੇਂ ਹੁੰਦਾ ਹੈ ਜਿਵੇਂ ਪਵਨ ਝੁਲਾਈ। ਜੈਸੇ ਪਵਨ ਝੁਲਾਈ, ਜਿਵੇਂ ਹਵਾ ਚੱਲਦੀ ਹੈ, ਉਹਦੇ ਦਿਲ ਵਿੱਚੋਂ ਜਿੰਨੀਆਂ ਗੱਲਾਂ ਸਾਨੂੰ ਆਪਣੇ ਵੱਲੋਂ ਬੋਲੀ ਜਾਂਦਾ, ਬੋਲੀ ਜਾਂਦਾ, ਉਹ ਬਹੁਤ ਬੋਲਦਾ। ਸਾਕਤ ਬਹੁਤ ਬੋਲਦਾ। ਸਿਆਣੇ ਕਹਿੰਦੇ ਸਾਕਤ ਬੰਦਾ 1 ਘੰਟੇ 'ਚ ਇੰਨੇ ਸਵਾਲ ਕਰ ਸਕਦਾ, ਗੁਰਮੁਖ ਸਾਰੀ ਜ਼ਿੰਦਗੀ ਉਹਦੇ ਜਵਾਬ ਨਹੀਂ ਦੇ ਸਕਦਾ। ਸਾਕਤ ਕਾ ਬਕਨਾ ਯੂੰ ਜਾਨੋ ਜੈਸੇ ਪਵਨ ਚਲਾਈ। ਕਹਿੰਦੇ ਉੱਤੇ ਹਵਾ ਵਾਂਗੂ ਬੋਲ ਕੇ ਚਲਾ ਜਾਂਦਾ। ਕੋਟ ਪਰਾਦ ਅਸ਼ਾਦਿਓ ਏ ਮਨ, ਕਹਿਣਾ ਕਛੂ ਨਾ ਜਾਈ। ਕੋਟ ਕਰੋੜਾਂ ਪਰਾਧ ਬੁਰਾਈਆਂ, ਅਸ਼ਾਦਿਓ ਢਕੀ ਬੈਠਾ ਹੈ। ਮਨ ਆਪਣੇ ਅੰਦਰ ਕਰੋੜਾਂ ਬੁਰਾਈਆਂ ਢਕੀ ਬੈਠਾ, ਉਹਨਾਂ ਦੇ ਥੱਲੇ ਹੀ ਦਬਿਆ ਬੈਠਾ ਹੈ, ਕਦੇ ਗੁਰਮਤਿ ਦੀ ਗੱਲ ਨਹੀਂ ਕਰਦਾ। ਇਹ ਮਨ, ਇਹ ਜਿਹੜਾ ਮਨ ਅੰਦਰ ਕਹਿਣਾ ਕਛੂ ਨਾ ਜਾਈ, ਇਹ ਤਾਂ ਉਹਦੇ ਪ੍ਰਭਾਵ ਥੱਲਿਓਂ ਨਿਕਲਦਾ ਹੀ ਨਹੀਂ, ਗੁਰੂ ਦੀ ਮੱਤ ਲੈਂਦਾ ਹੀ ਨਹੀਂ। ਜਨ ਨਾਨਕ ਦੀਨ ਸ਼ਰਨ ਆਇਓ ਪ੍ਰਭ, ਸਭ ਲੇਖਾ ਰੱਖੋ ਉਠਾਈ।
ਮਾਲਕ ਜੀ ਮੈਂ ਤਾਂ ਦੀਨ ਬਣ ਕੇ, ਗਰੀਬ ਬਣ ਕੇ, ਸੇਵਕ ਬਣ ਕੇ ਤੇਰੀ ਚਰਨ ਸ਼ਰਨ ਵਿੱਚ ਆਇਆ। ਮੇਰੇ ਤੇ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ, ਰਹਿਮਤ ਕਰ ਮੇਰੇ ਤੇ। ਮੇਰਾ ਜਿਹੜਾ ਲੇਖਾ ਹੈ, ਹੁਣ ਇਸ ਗੱਲ ਨੂੰ ਥੋੜਾ ਜਿਹਾ ਸਮਝ ਲੈਣਾ, ਫਿਰ ਆਪਾਂ ਸਮਾਪਤੀ ਕਰਨੀ ਹੈ। ਲੇਖਾ ਦਾ ਮਤਲਬ ਕੀ ਹੁੰਦਾ? ਜਿਹੜੀ ਚੀਜ਼ ਇੱਕ ਦੂਜੇ ਕੋਲ ਲਈ ਹੋਈ ਉਧਾਰੀ ਮੋੜਨ ਵਾਸਤੇ ਉਹ ਆਪਾਂ ਲਿਖ ਕੇ ਰੱਖ ਲੈਨੇ, ਉਹਦਾ ਨਾਮ ਲੇਖਾ ਹੈ। ਆਪਾਂ ਆਮ ਕਰਕੇ ਵੇਖਨੇ ਆ, ਕਿਸੇ ਕੋਲੋਂ ਲੋਨ ਲਿਆ, ਪੈਸੇ ਲਏ, ਲਿਖ ਕੇ ਰੱਖ ਲਏ ਵੀ ਇੰਨੇ ਪੈਸੇ ਲਏ ਨੇ, ਇੰਨੇ ਚਿਰ ਚ ਮੋੜਨੇ ਨੇ, ਤੇ ਉਹਨੂੰ ਚਿੰਤਾ ਵੀ ਇਹਨਾਂ ਪੈਸਿਆਂ ਨਾਲ ਮੈਂ ਇੰਨੇ ਪੈਸੇ ਕਮਾ ਕੇ ਵਾਪਸ ਮੋੜਨੇ ਨੇ। ਇੱਕ ਲੇਖਾ ਹੈ। ਜੇ ਲੋਨ ਲਿਆ ਸਹੀ ਢੰਗ ਨਾਲ ਵਰਤਿਆ, ਫਿਰ ਤਾਂ ਯਾਦ ਰੱਖਿਓ ਕੋਈ ਮੁਸ਼ਕਿਲ ਨਹੀਂ ਹੈ, ਉਹਨੂੰ ਕੋਈ ਔਖੀ ਨਹੀਂ। ਜੇ ਲੋਨ ਲਿਆ, ਪੈਸੇ ਚਾਰ ਬੋਝੇ ਨੇ, ਹੁਣ ਕਾਹਦੀ ਪਰਵਾਹ ਹੈ? 8 ਦਿਨ ਠੇਕੇ ਜਾਂਦੇ ਰਹੇ, ਤੇ ਜਦੋਂ ਪਹਿਲੀ ਕਿਸ਼ਤ ਆਈ ਉਦੋਂ ਪਤਾ ਲੱਗਿਆ ਵੀ ਔਖਾ ਹੋ ਗਿਆ, ਫਿਰ ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ, ਫਿਰ ਨਸ਼ੇ ਦੀਆਂ ਗੋਲੀਆਂ ਖਾ ਲਓ। ਹੁਣ ਉਹ ਲੋਨ ਤਾਂ ਸਜਣਾ ਤੈਨੂੰ ਮੋੜਨਾ ਹੀ ਪੈਣਾ ਹੈ, ਮੋੜਨਾ ਹੀ ਪੈਣਾ। ਲੋਨ ਨਹੀਂ ਮੋੜੇਗਾ ਆਪਣੀ ਜਾਨ ਦੇਗਾ। ਲੋਕ ਐਸੇ ਵੀ ਅਣਜਾਣ ਨੇ ਜਿਹੜੇ ਖੁਦਕਸ਼ੀਆਂ ਕਰ ਲੈਂਦੇ ਨੇ। ਉਹ ਤੋਂ ਚੰਗਾ ਸੀ ਤੂੰ ਪਹਿਲਾਂ ਹੀ ਸੰਭਲ ਕੇ ਤੁਰਦਾ। ਇਹੀ ਹਾਲਤ ਸਾਡੀ ਹੈ, ਬਿਲਕੁਲ ਹੂਬਹੂ ਸਾਡੀ ਹਾਲਤ ਹੈ। ਮਾਲਕ ਨੇ ਸਾਨੂੰ ਹੀਰੇ ਵਰਗਾ ਜਨਮ ਦਿੱਤਾ, ਬਹੁਤ ਵਧੀਆ ਜਨਮ ਦਿੱਤਾ। ਜਨਮ ਦਿੱਤਾ ਇਹਨੂੰ ਵੀ ਤੂੰ ਮਾਲਕ ਦੇ ਗੁਣ ਗਾਏ। ਕਹਿਣ ਲੱਗਿਆ ਜੇ ਬਚਪਨ ਦੀ ਉਮਰ ਹੈ, ਬੱਚਿਆਂ ਦੇ ਸਿਰ ਤੇ ਪੜ੍ਹਾਈ ਦਾ ਕਿੰਨਾ ਭਾਰ ਹੈ, ਤੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨ ਦੀ ਗੱਲ ਕਰੀ ਜਾਂਦੇ ਹੋ। ਅਸੀਂ ਉਹਨਾਂ ਨੂੰ ਨਹੀਂ ਲੱਗਣ ਦਿੱਤਾ ਇਸ ਪਾਸੇ। ਹਾਲਾਂਕਿ ਕਿੱਡੀ ਸੌਖੀ ਗੱਲ ਸੀ, ਜਦ ਮੇਰੀ ਧੀ ਬੱਚੀ ਆਪਣੇ ਬੱਚੇ ਦਾ ਸਿਰ ਵਾਹੁੰਦੀ ਹੈ, ਉਹਨੂੰ ਰੋਜ਼ ਸਿਖਾ ਦਿਆ ਕਰੇ ਵੀ ਇਹ ਭਾਈ ਤਾਰੂ ਸਿੰਘ ਨੇ ਖੋਪਰੀ ਲਵਾਈ ਸੀ ਤਾਂ ਤੇਰੇ ਕੇਸ ਏਡੇ ਵਧੀਆ ਨੇ, ਪਰ ਨਹੀਂ ਦੱਸਦੀ। ਮਾਂ ਤੇ ਕਹਿੰਦੀ ਤੂੰ ਰੋਜ਼ ਗੁਲਜਾਂ ਪਵਾ ਲੈਣਾ, ਮੇਰੇ ਕੋਲੋਂ ਨਹੀਂ ਸਿਆਪਾ ਹੁੰਦਾ। ਉਹ ਪਹਿਲਾਂ ਹੀ ਤਿਆਰ ਹੋਇਆ ਹੁੰਦਾ, ਕਹਿਣ ਲੱਗੇ ਫਿਰ ਕਟਵਾ ਲਵਾਂ। ਮਾਂ ਕਹਿੰਦੀ ਕਟਵਾ ਲੈ, ਸੌਖਾ ਹੋ ਜਾਏਗਾ। ਜੇ ਕਿਤੇ ਉਹਨੂੰ ਮਾਂ ਨੂੰ ਪਤਾ ਹੁੰਦਾ ਵੀ ਜਿੰਨਾ ਚਿਰ ਮੈਂ ਪਾਲਣਾ ਹੈ, ਬੱਚੇ ਨੂੰ ਪਾਲਣਾ ਹੈ, ਜਿਹੜਾ ਬੱਚਾ ਕੋਈ ਗਲਤੀ ਕਰੇ ਤੇ ਤੁਸੀਂ ਕੀ ਕਰਦੇ ਹੋ? ਬੱਚੇ ਨੂੰ ਨਹੀਂ ਪਕੜਦੇ, ਉਹਦੇ ਮਾਂ ਬਾਪ ਕੋਲੋਂ ਉਲਾਮਾ ਲੈ ਕੇ ਜਾਂਦੇ ਹੋ ਤੁਹਾਡੇ ਬੱਚੇ ਨੇ ਗਲਤੀ ਕੀਤੀ ਹੈ। ਛੋਟਾ ਬੱਚਾ ਹੈ, ਜਦੋਂ ਬੱਚਾ ਵੱਡਾ ਹੋ ਜਾਏ ਤੇ ਫਿਰ ਉਹਨੂੰ ਖੁਦ ਨੂੰ ਪੁੱਛਦੇ ਹੋ ਵੀ ਤੂੰ ਐਡੀ ਗਲਤੀ ਕਿਉਂ ਕੀਤੀ। ਮੇਰੀ ਧੀਏ ਬੱਚੀ ਹੈ, ਜੇ ਬੱਚਾ ਛੋਟਾ ਹੈ, ਉਹ ਬੱਚੇ ਨੂੰ ਉਲਾਮਾ ਨਹੀਂ ਹੈ ਉਹਨੇ ਕੇਸ ਕਿਉਂ ਕਟਾਏ, ਉਲਾਮਾ ਤੈਨੂੰ ਹੈ ਮੇਰੀ ਧੀਏ। ਤੂੰ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਬਣ ਕੇ ਤੂੰ ਕਾਤਲ ਕਿਉਂ ਬਣ ਗਈ? ਤੂੰ ਕੇਸ ਕਤਲ ਨਹੀਂ ਸੀ ਕਰਵਾਉਣੇ, ਤੂੰ ਤਾਂ ਗੁਰੂ ਗੋਬਿੰਦ ਸਿੰਘ ਦੀ ਧੀ ਬਣਨਾ ਸੀ। ਅਸੀਂ ਇਹ ਗੱਲਾਂ ਨੂੰ ਭੁੱਲ ਬੈਠੇ। ਤੈਨੂੰ ਹੀਰੇ ਵਰਗਾ ਜਨਮ ਦਿੱਤਾ ਸੀ, ਬਚਪਨ ਕਿਵੇਂ ਰੋਲਤਾ, ਜਵਾਨੀ ਰੋਲ ਦਿੱਤੀ, ਬੁਢਾਪਾ ਰੋਲ ਲਿਆ। ਹੁਣ ਜਦੋਂ ਰੱਬ ਕਹਿੰਦਾ ਵੀ ਮੌਤ ਨੇੜੇ ਆ ਗਈ, ਫਿਰ ਭੱਜਿਆ ਡਾਕਟਰ ਕੋਲ ਜਾਂਦਾ ਹੈ, ਡਾਕਟਰ ਸਾਹਿਬ ਮੈਨੂੰ ਚੈੱਕਅਪ ਕਰੋ। ਡਾਕਟਰ ਕਹਿੰਦਾ ਵੀ ਸੱਜਣਾ ਹੁਣ ਤਾਂ ਤੇਰੀ ਧੜਕਣ ਵੀ ਤੇਜ਼ ਹੈ, ਹੁਣ ਤੈਨੂੰ ਬਲੱਡ ਪ੍ਰੈਸ਼ਰ ਵੀ ਹੈ, ਸ਼ੂਗਰ ਵੀ ਹੈ, ਤੇ ਹੁਣ ਤਾਂ ਤੈਨੂੰ ਹਾਰਟ ਅਟੈਕ ਵੀ ਹੋ ਸਕਦਾ ਕਿਸੇ ਵੇਲੇ। ਹੁਣ ਫਿਰ ਕਹਿੰਦੇ ਭਾਈ ਸਾਹਿਬ ਜੀ ਕਿਸੇ ਤਰ੍ਹਾਂ ਕੋਈ ਪਾਠ ਕਰਵਾਓ, ਮੈਨੂੰ ਕੋਈ ਪਾਠ ਦੱਸੋ, ਸਿਹਤ ਠੀਕ ਨਹੀਂ ਰਹਿੰਦੀ। 50-60 ਸਾਲ ਆਪਣੀ ਮਰਜ਼ੀ ਨਾਲ ਇਸ ਹੀਰੇ ਨੂੰ ਉਜਾੜਿਆ। ਹੁਣ ਜਦੋਂ ਬਿਲਕੁਲ ਉੱਜੜ ਚੱਲਿਆ, ਹੁਣ ਗੁਰੂ ਕੋਲ ਆ ਗਿਆ, ਕਹਿੰਦਾ ਮਾਲਕ ਜੀ ਕਰੋ ਕੋਈ ਕਿਰਪਾ, ਮੈਂ ਪਾਠ ਕਰਵਾ ਦਿੰਦਾ, ਅਖੰਡ ਪਾਠ ਕਰਵਾ ਦਿੰਦਾ। ਨਹੀਂ ਪਿਆਰ ਵਾਲਿਓ, ਲੇਖੇ ਦਾ ਮਤਲਬ ਹੁੰਦਾ ਹੈ ਮੈਂ ਗੁਰੂ ਨੂੰ ਪੁੱਛ ਕੇ ਜੀਵਨ ਗੁਜ਼ਾਰਾਂ ਤਾਂ ਕਿ ਮੇਰੇ ਸਿਰ ਤੋਂ ਕਰਜ਼ ਉਤਰਦਾ ਰਹੇ, ਮੇਰੇ ਸਿਰ ਤੋਂ ਕਰਜ਼ ਉਤਰਦਾ ਰਹੇ। ਹੌਲੀ ਹੌਲੀ ਕਿਸ਼ਤਾਂ ਦੇਈ ਜਾਈਏ, ਇੱਕ ਦਿਨ ਵਕਤ ਆਏਗਾ ਜਦੋਂ ਮੈਂ ਸਾਰੀਆਂ ਕਿਸ਼ਤਾਂ ਅਦਾ ਕਰ ਚੁੱਕਿਆ ਹੋਵਾਂਗਾ, ਮੋੜ ਚੁੱਕਿਆ ਹੋਵਾਂਗਾ, ਤੇ ਮੈਨੂੰ ਕਿਸ ਗੱਲ ਦਾ ਡਰ ਹੈ?
बैंक वाले आउणगे मैं ते तैयार बैठा, लो जी सारा कर्ज चुकाया होया, कबीर मोहे मरने का चाओ है, मैनू किस गल का डर है, मैं तो सारा कोई मुकाई बैठा। तो गुरुदेव दे पावन बचन ने, मालिक जी मैं तेरी शरण विच आया, एक किरपा कर, एक बख्शिश कर, मैनू अज तो बाद ही दस दे मैं जीवन किवें गुजारा, ताकि मैं अपना लेखा नवेड़ लवां। ये गल याद रखियो, पिछों मेरे किसी ने जलेबियां का लंगर ला दिता, ये नाल मैनू कोई फर्क नहीं पैना, मैनू कोई फर्क नहीं पैना। असीं ते अजे तक इन्नी गल नहीं समझ पाए, जद तक बंदा जिउंदा हुंदा, जद रब दे घरों मंगी जाने, मालिक जी इनू आ दे दे, इनू आ दे दे, इनू आ दे दे, जद बंदा चढ़ाई कर गया फिर बिस्तरा दन्ने। हुण ये नहीं पता लगता भी उधर कमी सी जां इधर कमी सी। जदों इत्थे बंदा सी फिर रब दे घरों मंगदे सी, हुण रब दे कोल चला गया, हुण बिस्तरे इधरों भेजदे आ। ये नहीं पता भी साडे कोल कमी सी जां रब दे घर बिस्तरियां दी कमी है, तां इत्थों भेजना पैंदा। सारे कर्म कांड ने इन्हां नूं छड्ड दईए, इक्को ही बेनती करिए, मालिक जी सतगुर आयो शरण तुहारी, मिले सुख नाम हर शोभा, चिंता लाहे हमारी, अबर न सुझे दूजी ठार, हार परे तो द्वारी, लेखा छोड़ अलेखा छूटै, हम निर्गुण लियो उबारी, सद बख्शंत सदा मेहरबाना, सबना दे अधारी, नानक दास संत पाछै परियो, राख लियो एह बारी। आओ प्यार वालियो, गुरु कृपा करे असी अपने जीवन में सच दे धारनी होइए, गुरु दर्शाए मार्ग दे पांधी बनीए, गुरु दस्से बचनां नूं कमाईए, फिर साडा जीवन एह लोक सुखीए परलोक सुहेले, नानक हर प्रभापे मेले, होइयां बेअंत प्रकार दीयां भुलां नूं खिमा बख्शिश करनी। श्री परांगा सन्मानयोग हैड ग्रंथी साहब जी का मैनूं ये भी पता लग्या भी सवेरे हुक्मनामे की विचार करते हैं, तुसीं कोशिश करिया करो जितने वध सो वध आ सको, क्योंकि गुर का शब्द बसै जी नाले, जल नहीं डूबे तस्कर नहीं लेवे, पाहे न सकै जाले। इन्हें साडे जीवन का साथी बनना है, शब्द ने साथी बनना है, शब्द नूं कमाईए, गुरु अदब सत्कार नाल आखो जी वाहिगुरू जी का खालसा वाहिगुरू जी की फतेह।